ਮਿੰਟੂ ਜੀ, ਗੱਲ ਇੱਥੋਂ ਸ਼ੁਰੂ ਕਰੀਏ। ਜਿਹੜੇ ਰਿਟਾਇਰਡ ਲੈਫਟੀਨੈਂਟ ਜਨਰਲ ਹਨ ਕੁਲਦੀਪ ਬਰਾੜ, ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਬੜੇ ਵੱਡੇ ਕੁਝ ਖੁਲਾਸੇ ਕੀਤੇ ਨੇ। ਕੀ ਆਖ ਰਹੇ ਨੇ ਜੀ ਜਨਰਲ ਬਰਾੜ? ਦੇਖੋ, ਇਹਨੇ ਪਹਿਲਾਂ ਹੀ ਕਿਤਾਬ ਲਿਖੀ ਹੋਈ ਹੈ ਬਰਾੜ ਨੇ, ਤਾਂ ਉਹ ਖੁਲਾਸੇ ਕੀ ਰਹਿ ਗਏ ਆ ਕਿ ਇੱਕ ਤੇ ਇਹ ਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਇੰਦਰਾ ਗਾਂਧੀ ਦੀ ਪਹਿਲਾਂ ਸ਼ਹਿ ਸੀ, ਫਿਰ ਜਦੋਂ ਬਹੁਤ ਜ਼ਿਆਦਾ ਸਥਿਤੀ ਖਰਾਬ ਹੋ ਗਈ ਤਾਂ ਉਸ ਤੋਂ ਬਾਅਦ ਫਿਰ ਖਤਮ ਕਰਨ ਦੇ ਹੁਕਮ ਦਿੱਤੇ ਗਏ। ਦੂਜੀ ਗੱਲ ਕਿ ਉਸ ਵੇਲੇ ਜੇ ਅਜਿਹਾ ਨਾ ਹੁੰਦਾ ਤਾਂ ਕਹਿੰਦੇ ਕਿ ਪਾਕਿਸਤਾਨ ਨੇ ਹਮਲਾ ਕਰ ਦੇਣਾ ਸੀ ਖਾਲਿਸਤਾਨ ਦਾ, ਕਿਉਂਕਿ ਐਲਾਨ ਹੋ ਚੁੱਕਾ ਹੁੰਦਾ। ਤੀਸਰੀ ਗੱਲ ਕਿ ਬਈ ਉਸ ਟਾਈਮ ਬੇਰੁਜ਼ਗਾਰੀ ਬਹੁਤ ਸੀ, ਤਾਂ ਲੁੱਟਾਂ ਡਕੈਤੀ ਬਹੁਤ ਕੁਛ ਜਿਹੜਾ ਹੈ ਉਹ ਐਸਾ ਵੈਸਾ ਹੋ ਰਿਹਾ ਸੀ, ਜਿਹਦੇ ਨਾਲ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਚਰਮਰਾ ਗਿਆ ਸੀਗਾ। ਤਾਂ ਗੱਲ ਇਹ ਹੈ ਕਿ ਨਾਲ ਇਹ ਵੀ ਉਹ ਕਹਿੰਦੇ ਆ ਕਿ ਬਈ ਦੇਖੋ, ਦੁੱਖ ਕੋਈ ਨਹੀਂ ਹੈ, ਇਸਦਾ ਸਾਰੇ ਦਾ ਦੁੱਖ ਕੋਈ ਨਹੀਂ ਹੈ। ਤਾਂ ਖੈਰ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਅੱਗੇ ਵੀ ਬਥੇਰਾ ਕੁਛ ਕਿਹਾ ਜਾ ਚੁੱਕਾ ਹੈ, ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹੈ। ਇਹ ਜਿਹੜੀ ਗੱਲ ਹੁਣ ਇਹ ਕਹਿ ਰਿਹਾ ਹੈ ਬਰਾੜ, ਇਸ ਤੋਂ ਬਾਅਦ ਜਿਹੜੀ ਇੱਕ ਕਿਤਾਬ ਆਈ ਸੀ ਜੋ ਇਹਨੇ ਲਿਖੀ ਹੈ, ਉਹ ਜਿਹੜਾ ਤਤਕਾਲੀ DC ਸੀ ਰਮੇਸ਼ਿੰਦਰ ਸਿੰਘ, ਤਾਂ ਜੇ ਉਸ ਕਿਤਾਬ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਹਦੇ ਬਾਰੇ ਵੀ ਬਥੇਰਾ ਕੁਛ ਲਿਖਿਆ ਗਿਆ ਹੈ। ਗੱਲ ਇਹ ਹੈ ਕਿ ਕਿਤਾਬਾਂ ਦੇ ਵਿੱਚ ਇਹ ਬਹਿਸ ਅੱਗੇ ਵੀ ਚੱਲਦੀ ਹੈ। ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੇਖੋਗੇ ਵੱਖ-ਵੱਖ ਲਿਖਤਾਂ 'ਚ ਕੋਈ ਧਿਰ ਨਕਾਰਦੀ ਆ, ਕੋਈ ਉਹਨੂੰ ਲਿਖਦੀ ਆ, ਕੋਈ ਦੂਸਰੀ ਆਪਣੀ ਦਲੀਲ ਪੇਸ਼ ਕਰ ਦਿੰਦੀ ਹੈ। ਇਹ ਬਹਿਸ ਮੁਬਾਹਿਸਾ ਵੈਸੇ ਹੀ ਚੱਲਦਾ ਆਉਂਦਾ ਹੈ ਜਿਵੇਂ ਅੱਗੇ ਚੱਲਿਆ ਆ ਰਿਹਾ। ਤਾਂ ਖੈਰ ਗੱਲ ਇਹ ਹੈ ਕਿ ਮਸਲਾ ਜਿਹੜਾ ਵਿਜੇ ਜੀ ਉਹ ਟਾਈਮਿੰਗ ਨੂੰ ਲੈ ਕੇ ਹੈ ਥੋੜਾ ਜਿਹਾ। ਤੁਸੀਂ ਦੇਖੋ ਕਿ ਅੱਜ 30 ਜਨਵਰੀ ਹੈ, ਮਹਾਤਮਾ ਗਾਂਧੀ ਨੂੰ ਅੱਜ ਦੇ ਦਿਨ ਨਥੂਰਾਮ ਗੋਡਸੇ ਨੇ ਮਾਰਿਆ, ਅੱਜ ਦੇ ਦਿਨ ਇਹ ਖਤਮ ਹੋਈ ਹੈ ਭਾਰਤ ਜੋੜੋ ਯਾਤਰਾ, ਅੱਜ ਦੇ ਦਿਨ ਹੀ ਇਹ ਇੰਟਰਵਿਊ ਚੱਲ ਪੈਂਦਾ ਹੈ ਜੀ। ਤੇ ਆਪਾਂ ਨੂੰ ਸਭਨਾਂ ਨੂੰ ਪਤਾ ਹੈ ਕਿ ਆਮ ਤੌਰ ਤੇ ਬਰਾੜ ਮੀਡੀਆ 'ਚ ਨਹੀਂ ਆਉਂਦੇ। ਇਹ ਅਚਾਨਕ ਕਿੱਥੋਂ 90 ਸਾਲ ਦਾ ਵਿਅਕਤੀ ਆ ਕੇ ਹੁਣ ਫਿਰ ਉਹ ਸਾਰੀਆਂ ਗੱਲਾਂ ਜਿਹੜੀਆਂ ਦੁਹਰਾ ਰਿਹਾ ਹੈ। ਫਿਰ ਇਸ ਤੋਂ ਇਲਾਵਾ ਜਿਹੜੀ ਇੰਟਰਵਿਊ ਦਿੱਤੀ ਗਈ ਆ ਉਹ ਇੱਕ ਖਾਸ ਨਿਊਜ਼ ਏਜੰਸੀ ਨੂੰ ਦਿੱਤੀ ਗਈ ਆ, ਜਿਹਨੂੰ ਅੱਜ ਕੱਲ੍ਹ ਇੰਡੀਆ ਦੀ ਗਵਰਨਮੈਂਟ ਦਾ ਮਾਊਥ ਪੀਸ ਕਿਹਾ ਜਾਂਦਾ ਹੈ ਜੀ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਤਾਂ ਖੈਰ ਹੁਣ ਇਹਦੇ ਤੇ ਪੰਜਾਬ ਦੇ ਵਿੱਚ ਸਿਆਸੀ ਉਤਲ ਪੁਤਲ ਤਾਂ ਪਾਈ ਚੱਲ ਪਈ ਹੈ। ਕਾਂਗਰਸੀ ਜਿਹੜੇ ਆ ਉਹ ਵਾਕਿਆ ਹੁਣ ਥੋੜਾ ਫਸੇ ਹੁੰਦੇ ਆ ਭੱਬਲ ਭੂਸੇ 'ਚ, ਤੁਹਾਨੂੰ ਪਤਾ ਹੀ ਹੈ ਕਿ ਕੀ ਗੱਲ ਕਰੀਏ। ਪਰ ਉਹਨਾਂ ਨੇ ਆਪਣਾ ਇੱਕ ਬਹੁਤ ਕਹਿ ਲਓ ਕਿ ਪੁਰਾਣਾ ਅਫਸਰ ਜਿਹੜਾ ਰਿਟਾਇਰਡ ਅਫਸਰ ਹੈ ਕਿੰਗਰਾ, ਉਹ ਬਿਠਾਇਆ ਹੋਇਆ ਸੀ ਡਿਬੇਟਾਂ ਦੇ ਵਿੱਚ, ਤਾਂ ਉਹਨਾਂ ਨੇ ਵੀ ਜ਼ਿਕਰ ਕੁਛ ਕਿਤਾਬਾਂ ਦਾ ਕੀਤਾ ਹੈ। ਤਾਂ ਇਹੀ ਹੈ ਕਿ ਬਹਿਸ ਮੁਬਾਹਿਸਾ ਚੱਲ ਰਿਹਾ। ਭਾਰਤੀ ਜਨਤਾ ਪਾਰਟੀ ਸ਼ਿੱਦਤ ਦੇ ਨਾਲ ਲੱਗੀ ਹੋਈ ਹੈ ਕਿ ਦੇਖੋ ਜੀ ਪੰਜਾਬ ਦੇ ਵਿੱਚ ਵਿਗਾੜ ਵੀ ਇਹਨਾਂ ਨੇ ਪੈਦਾ ਕੀਤਾ, ਫਿਰ ਉਸ ਤੋਂ ਬਾਅਦ ਸਿੱਖਾਂ ਦੀ ਰੂਹ ਤੇ ਹਮਲਾ ਵੀ ਇਹਨਾਂ ਨੇ ਕੀਤਾ। ਸ਼ਾਇਦ ਇਹ ਜਿਹੜੀ ਸਿਆਸੀ ਇਸ ਵੇਲੇ ਕਹਿ ਲਓ ਕਿ ਖਿੱਚਾਤਾਣ ਚੱਲੀ ਜਾਂਦੀ ਹੈ ਵਿਜੇ ਜੀ, ਆਉਣ ਵਾਲੇ ਦਿਨਾਂ 'ਚ ਇਹ ਖਿੱਚਾਤਾਣ ਬਹੁਤ ਤੇਜ਼ ਹੋਣ ਦੀ ਸੰਭਾਵਨਾ ਹੈ ਪੰਜਾਬ ਦੇ ਵਿੱਚ। ਇੰਟਰਸਟਿੰਗ ਗੱਲ ਇਹ ਆ ਕਿ ਜੇ ਤੁਸੀਂ ਦੇਖੋਗੇ ਤਾਂ ਲਦਾਖ ਦੇ ਵਿੱਚ ਵੀ ਸੋਨਮ ਵਾਂਗਚੁਕ ਬੜੇ ਤਗੜੇ ਹੀਰੋ ਨੇ, ਸਿੱਖਿਆ ਸ਼ਾਸਤਰੀ ਹੈ, ਮੈਗਸੈਸੇ ਅਵਾਰਡ ਮਿਲਿਆ ਹੋਇਆ ਹੈ, ਉਹ ਵੀ ਉੱਥੇ ਮਤਲਬ ਕਿ ਇੰਡੀਆ ਗੌਰਮੈਂਟ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ। ਉਧਰੋਂ ਅਡਾਨੀ ਦੀ ਰਿਪੋਰਟ ਹੈ ਜੀ। ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਚੀਜ਼ ਜਿਹੜੀ ਹੈ ਉਹ ਬਹੁਤ ਵੱਡੇ ਵੱਡੇ ਮੀਡੀਆ ਆਊਟਲੈਟ, ਬਹੁਤ ਵੱਡੇ ਵੱਡੇ ਮੀਡੀਆ ਹਾਊਸ ਇਸ ਚੀਜ਼ ਨੂੰ ਉਭਾਰ ਕੇ ਪੇਸ਼ ਕਰ ਰਹੇ। ਸੋ ਤਾਂ ਮੈਂ ਕਹਿ ਰਿਹਾ ਕਿ ਟਾਈਮਿੰਗ ਬੜਾ ਇੱਕ ਤਰ੍ਹਾਂ ਨਾਲ ਕਹਿ ਰਹੀਏ ਨਾ, ਇਸ ਮਾਮਲੇ ਦੇ ਵਿੱਚ ਕੀ ਫੈਕਟਰ ਹੈ। ਮਿੰਟੂ ਜੀ, ਤੁਸੀਂ ਅਡਾਨੀ ਵਾਲੇ ਜਿਹੜਾ ਮਸਲਾ ਚੱਲ ਰਿਹਾ, ਜਿਹੜੀ ਹਿੰਡਨਬਰਗ ਦੀ ਰਿਪੋਰਟ ਸੀ ਉਹਦਾ ਤੁਸੀਂ ਹੁਣੇ ਜ਼ਿਕਰ ਕੀਤਾ, ਉਹਦੇ ਬਾਰੇ ਵੀ ਦੱਸਿਓ ਜੀ, ਕਿਉਂਕਿ ਜਿਹੜੀ ਨੁਕਸਾਨ ਦੀ ਧਨ ਰਾਸ਼ੀ ਹੈ ਉਹ ਤੇ ਹੁਣ ਵੱਧ ਕੇ ਤਕਰੀਬਨ 70 ਬਿਲੀਅਨ ਦੇ ਨੇੜੇ ਜਾ ਪਹੁੰਚੀ ਹੈ। ਤੇ ਇਹਦੇ ਜਵਾਬ ਦੇ ਵਿੱਚ ਹੁਣ ਅਡਾਨੀ ਤੇ ਹਿੰਡਨਬਰਗ ਖੁੱਲ੍ਹ ਕੇ ਆਮੋ ਸਾਹਮਣੇ ਆ ਗਏ ਨੇ। ਦੋਹਾਂ ਧਿਰਾਂ ਵੱਲੋਂ ਹੋਰ ਕੀ ਕੁਝ ਆਖਿਆ ਜਾ ਰਿਹਾ ਜੀ? ਦੇਖੋ, ਅਡਾਨੀ ਹੋਰਾਂ ਨੇ ਇੱਕ ਮਤਲਬ ਕਿ ਭੇਜਿਆ ਸੀਗਾ ਜਵਾਬ, ਜਿਹੜਾ ਕਿ ਤਕਰੀਬਨ 450 ਪੇਜ ਦਾ ਆ। ਉਹਦੇ ਵਿੱਚ ਉਹਨਾਂ ਨੇ ਜੇ ਆਪਾਂ ਨਿਚੋੜ ਕੱਢੀਏ ਤਾਂ ਉਹਨਾਂ ਨੇ ਕਿਹਾ ਕਿ ਭਾਰਤ ਤੇ ਹਮਲਾ ਹੈ। ਦੇਖੋ, ਇੱਕ ਤੇ ਇਹ ਹੈ ਨਾ ਕਿ ਰਾਸ਼ਟਰਵਾਦ ਹਰੇਕ ਥਾਂ ਤੇ ਵਾੜ ਦਿੱਤਾ ਜਾਂਦਾ ਹੈ। ਮਸਲਾ ਹੈ ਆਰਥਿਕਤਾ ਦੇ ਨਾਲ ਜੁੜਿਆ। ਉਹ ਕਹਿ ਰਹੇ ਨੇ ਕਿ ਬੇਸਿਕਲੀ ਜਿਵੇਂ ਆਪਾਂ ਗੱਲ ਕੀਤੀ ਸੀਗੀ ਹਿੰਡਨਬਰਗ ਬਾਰੇ ਕਿ ਇਹ ਸ਼ਾਰਟ ਸੈਲਰ ਨੇ। ਉਹ ਕਹਿੰਦੇ ਕਿ ਇਹਨਾਂ ਨੂੰ ਸਾਡੀ ਕੰਪਨੀ ਡਿੱਗਣ ਦੇ ਵਿੱਚ ਹੀ ਤਾਂ ਫਾਇਦਾ ਹੋ ਰਿਹਾ। ਬਿਲਕੁਲ।
ਅਡਾਨੀ ਕੰਪਨੀ ਡਿੱਗਣ ਦੇ ਵਿੱਚ ਹੀ, ਅਡਾਨੀ ਗਰੁੱਪ ਡਿੱਗਣ ਦੇ ਵਿੱਚ ਇਹਨਾਂ ਨੂੰ ਫਾਇਦਾ ਹੋ ਰਿਹਾ। ਦੂਜੀ ਗੱਲ ਇਹ ਹੈ, ਉਹ ਕਹਿੰਦੇ ਨਹੀਂ ਜੀ ਕਿ ਇਹਨਾਂ ਨੇ ਜਿਹੜੇ ਸਵਾਲ ਕੀਤੇ ਆ ਉਹਦੇ ਵਿੱਚੋਂ ਅਸੀਂ ਮਤਲਬ ਕਿ ਕੁਛ ਨੂੰ ਬੇਲੋੜਾ ਸਮਝਿਆ, ਕੁਛ ਦੇ ਪਹਿਲਾਂ ਹੀ ਜਵਾਬ ਪਬਲਿਕ ਡੋਮੇਨ 'ਚ ਆ ਗਿਆ, ਕੁਛ ਅਸੀਂ ਅਥਾਰਟੀਆਂ ਨੂੰ ਦੇ ਚੁੱਕੇ ਹਾਂ ਵਗੈਰਾ ਵਗੈਰਾ। ਉਹਨਾਂ ਨੇ ਸਾਰੀ ਸਫਾਈ ਦੇ ਕੇ ਅਖੀਰ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਹਿੰਡਨਬਰਗ ਦੀ ਜਿਹੜੀ ਇਹ ਰਿਪੋਰਟ ਆ ਇਹ ਬੇਸਿਕਲੀ ਭਾਰਤ ਤੇ ਹਮਲਾ ਹੈ, ਪਰ ਇਹਦਾ ਜਵਾਬ ਹਿੰਡਨਬਰਗ ਵਾਲਿਆਂ ਵੀ ਮਤਲਬ ਕਿ ਬਿੰਦੇ ਝੱਟੇ ਦੇ ਦਿੱਤਾ। ਉਹ ਕਹਿੰਦੇ ਕਿ ਆਪਣਾ ਫਰਾਡ ਰਾਸ਼ਟਰਵਾਦ ਦੀ ਆੜ ਦੇ ਵਿੱਚ ਲੁਕਾਇਓ ਮਤ ਹੁਣ, ਕਹਿੰਦੇ ਇਹਨੂੰ ਲੁਕਾਓ ਨਾ ਹੁਣ। ਤਾਂ ਤੁਸੀਂ ਹਿਸਾਬ ਲਾ ਲਓ ਕਿ ਸ਼ਬਦਾਂ ਦੀ ਜਿਹੜੀ ਇਹ ਜੰਗ ਹੈ ਵੀ ਬਹੁਤ ਤਿੱਖੀ ਹੋ ਗਈ ਆ ਜੀ। ਪਰ ਇੱਧਰ ਜਿਵੇਂ ਤੁਸੀਂ ਦੱਸਿਆ ਕਿ ਹੁਣ ਥੋੜਾ ਜਿਹਾ ਨਾ ਮਾਮਲਾ ਗੜਬੜ ਹੋ ਗਿਆ, ਕਿਉਂਕਿ ਪਹਿਲਾਂ ਤੇ ਗੱਲ ਕੋਈ ਗੌਲਦਾ ਨਹੀਂ ਸੀ, ਮਾੜੀ ਮੋਟੀ ਗੱਲ ਗੌਲਦਾ ਨਹੀਂ ਸੀ ਇੱਥੇ, ਤੇ ਹੁਣ ਜਦੋਂ ਖੱਖੜ ਖਈਆ ਜ਼ਿਆਦਾ ਪੈ ਗਿਆ ਨਾ ਵਿਜੇ ਜੀ, ਹੁਣ ਤਾਂ ਕੀ ਹੈ ਕਿ ਇੱਕ ਤਾਂ ਜਿਵੇਂ ਹੁਣ ਪੰਜਾਬ ਨੈਸ਼ਨਲ ਬੈਂਕ ਆ ਉਹਦਾ ਵੀ ਕਾਫੀ ਜ਼ਿਆਦਾ ਐਕਸਪੋਜ਼ਰ ਹੈ। ਉਹ ਕਹਿੰਦੇ ਕਿ ਸਾਡਾ ਅਡਾਨੀ ਸਮੂਹ ਨਾਲ ਜਿਹੜਾ ਐਕਸਪੋਜ਼ਰ ਹੈ ਉਹਦਾ ਚਿੰਤਾ ਦਾ ਵਿਸ਼ਾ ਨਹੀਂ ਹੈਗਾ, ਪਰ SBI ਕਹਿੰਦੇ ਕਿ ਅਸੀਂ ਦੇਖ ਰਹੇ ਹਾਂ। ਸਭ ਤੋਂ ਵੱਡੀ ਗੱਲ ਇਹ ਆ, ਜੇ ਤੁਸੀਂ ਦੇਖੋਗੇ ਤਾਂ LIC ਦੀ ਇੱਕ ਸਟੇਟਮੈਂਟ ਆਈ ਆ ਦੇਰ ਸ਼ਾਮ। LIC ਦੀ ਕਿਉਂਕਿ ਇਨਵੈਸਟਮੈਂਟ ਬਹੁਤ ਵੱਡੀ ਹੈ, ਜੇ ਆਪਾਂ ਦੇਖੀਏ ਤਾਂ ਇਹਨਾਂ ਦੀ ਇਨਵੈਸਟਮੈਂਟ ਜੇ ਆਪਾਂ ਹੁਣ ਵੀ ਆਖੀਏ ਘਾਟੇ ਤੋਂ ਬਾਅਦ ਵੀ ਤਕਰੀਬਨ 50,000 ਕਰੋੜ ਤੋਂ ਉੱਤੇ ਦੀ ਹੈ ਜੀ ਹਾਲੇ ਵੀ ਸ਼ੇਅਰਾਂ ਦੇ ਵਿੱਚ। ਤਾਂ ਇਹਨਾਂ ਨੇ ਜਿਹੜਾ ਸ਼ਾਮੀ ਬਿਆਨ ਦਿੱਤਾ ਹੈ ਇੰਡੀਅਨ ਐਕਸਪ੍ਰੈਸ ਦੇ ਵਿੱਚ ਆਇਆ ਵਾ, ਇਹਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਇੱਕ ਅਜਿਹੀ ਸਥਿਤੀ ਹੈ ਜੋ ਉੱਭਰ ਰਹੀ ਹੈ, ਸਾਨੂੰ ਪਤਾ ਨਹੀਂ ਕਿ ਅਸਲ ਦੇ ਵਿੱਚ ਕੀ ਸਥਿਤੀ ਹੈ, ਕਿਉਂਕਿ ਅਸੀਂ ਇਹਦੇ 'ਚ ਇੱਕ ਵੱਡੇ ਇਨਵੈਸਟਰ ਹਾਂ, ਪਰ ਸਾਡੇ ਕੋਲ ਸੰਬੰਧਿਤ ਸਵਾਲ ਪੁੱਛਣ ਦਾ ਅਧਿਕਾਰ ਤੇ ਹੈ। ਯਕੀਨੀ ਤੌਰ ਤੇ ਅਸੀਂ ਉਹਨਾਂ ਦੇ ਨਾਲ ਜੁੜੇ ਰਹਾਂਗੇ ਮਤਲਬ, ਪਰ ਅਸੀਂ ਉਹਨਾਂ ਨੂੰ ਪੁੱਛਾਂਗੇ ਜ਼ਰੂਰ, ਨਿਵਰਤੀ ਜ਼ਰੂਰ ਕਰਾਂਗੇ ਆਪਣੀ ਕਿ ਕੀ ਚੱਲ ਰਿਹਾ ਹੈ। ਮਤਲਬ ਕਿ ICC ਦੇ ਮੈਨੇਜਿੰਗ ਡਾਇਰੈਕਟਰ ਨੇ ਰਾਜ ਕੁਮਾਰ ਰਾਈਟਰਸ ਨਾਲ ਗੱਲਬਾਤ ਕਰ ਰਹੇ ਸਨ, ਤਾਂ ਉਹਨਾਂ ਦੀ ਸਟੇਟਮੈਂਟ ਜਿਹੜੀ ਕਿ ਕਹਿ ਲਓ ਕਿ ਥੋੜੀ ਉਲਝੀ ਜੀ ਡਿਪਲੋਮੈਟਿਕ ਜੀ ਵੀ ਕਹਿ ਲਓ ਕਿ ਉਹ ਸਟੇਟਮੈਂਟ ਉਹ ਇਸ਼ਾਰਾ ਕਰਦੀ ਹੈ ਕਿ ਉਹ ਵੀ ਸਥਿਤੀ ਨੂੰ ਲੈ ਕੇ ਕਨਫਿਊਜ਼ ਨੇ, ਪਰ ਉਹ ਕਹਿ ਰਹੇ ਨੇ ਕਿ ਅਸੀਂ ਗੱਲ ਕਰਨ ਜਾ ਰਹੇ ਹਾਂ। ਇਹਦਾ ਮਤਲਬ ਇਹ ਹੈ ਕਿ ਹੁਣ ਇਨਵੈਸਟਰ ਜਿਹੜੇ ਸੀਗੇ, ਚਾਹੇ ਉਹ ਹੁਣ ਪਬਲਿਕ ਖੇਤਰ ਤੋਂ ਪ੍ਰਾਈਵੇਟ ਖੇਤਰ ਤੋਂ, ਕਿਤੇ ਨਾ ਕਿਤੇ ਚਿੰਤਤ ਹੋ ਗਏ, ਕਿਉਂਕਿ ਰਗੜਾ ਬਹੁਤ ਵੱਡਾ ਵੱਜ ਗਿਆ। ਮਿੰਟੂ ਜੀ, ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤੇ ਉਦੋਂ ਕੈਨੇਡਾ ਤੋਂ ਵੱਖੋ ਵੱਖਰੇ ਮੁਲਕਾਂ ਤੋਂ ਜਿਹੜੇ ਭਾਰਤੀ ਮੂਲ ਦੇ ਲੋਕ ਨੇ, ਪੰਜਾਬੀ ਨੇ, ਉਹਨਾਂ ਨੇ ਕਾਫੀ ਕਿਸਾਨ ਅੰਦੋਲਨ ਦੇ ਵਿੱਚ ਯੋਗਦਾਨ ਵੀ ਪਾਇਆ, ਕਾਫੀ ਕਲੋਜ਼ਲੀ ਫੋਲੋ ਕੀਤਾ। ਕਿੰਨੇ ਜਾਣੇ ਇੱਥੋਂ ਉੱਥੇ ਪਹੁੰਚੇ ਵੀ, ਫਿਜ਼ੀਕਲੀ ਆਪ ਵੀ ਗਏ। ਤੇ ਇਸ ਗੱਲ ਨੂੰ ਲੈ ਕੇ ਕਿਸਾਨ ਅੰਦੋਲਨ ਮਗਰੋਂ ਜਾਂ ਉਸ ਦੌਰਾਨ ਵੀ ਕੈਨੇਡਾ ਤੇ ਭਾਰਤ ਦੀ ਸਰਕਾਰ ਦੇ ਜਿਹੜੇ ਪਹਿਲਾਂ ਤੋਂ ਹੀ ਆਪਸੀ ਜਿਹੜੇ ਲਿੰਕ ਸੀਗੇ, ਰਿਲੇਸ਼ਨ ਸੀਗੇ, ਕੋਈ ਬਹੁਤੇ ਸਾਜ਼ਗਾਰ ਨਹੀਂ ਸੀ, ਖਾਸ ਤੌਰ ਤੇ ਉਦੋਂ ਤੋਂ ਜਦੋਂ ਜਸਟਿਨ ਟਰੂਡੋ ਇੰਡੀਆ ਦੀ ਫੇਰੀ ਤੇ ਜਾ ਕੇ ਆਏ ਸੀ। ਪਰ ਉਹ ਤੋਂ ਮਗਰੋਂ ਕਿਸਾਨ ਅੰਦੋਲਨ ਦੌਰਾਨ ਉਹ ਜਿਹੜੇ ਰਿਲੇਸ਼ਨ ਸੀਗੇ ਉਹ ਥੋੜ੍ਹੇ ਹੋਰ, ਉਹਨਾਂ ਦੇ ਵਿੱਚ ਤਣਾਅ ਵੱਧ ਗਿਆ, ਤੇ ਉਹਦਾ ਜਿਹੜਾ ਅਸਰ ਸੀਗਾ ਕੈਨੇਡਾ ਦੇ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕ, ਉਹਨਾਂ ਨੂੰ ਉਹਦਾ ਅਸਰ ਇਨਡਾਇਰੈਕਟ ਫਾਰਮ ਦੇ ਵਿੱਚ ਦੇਖਣਾ ਪਿਆ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਕਦੇ ਵੀ ਨਹੀਂ ਹੋਣੀ ਸਿੱਧੇ ਤੌਰ ਤੇ ਕਿ ਇੱਥੇ ਭਾਰਤ ਦੇ ਵੀਜ਼ਾਸ ਲੈਣ ਵਾਸਤੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਬੀਤੇ ਸਮੇਂ ਕਰਨਾ ਪਿਆ, ਜਦੋਂ ਤੱਕ ਵੀਜ਼ਾ ਹੁਣ ਕੁਝ ਹਫ਼ਤੇ ਪਹਿਲਾਂ ਤੋਂ ਬਹਾਲ ਨਹੀਂ ਹੋਏ। ਪਰ ਇਸ ਸਾਰੀ ਗੱਲ ਦੀਆਂ ਤਾਰਾਂ ਜੁੜਦੀਆਂ ਸੀ ਕਿ ਭਾਰਤ ਤੇ ਕੈਨੇਡਾ ਦੀ ਸਰਕਾਰ ਵਿਚਕਾਰ ਜੋ ਟੈਨਸ਼ਨ ਵੱਧ ਗਈ ਸੀ ਪਿਛਲੇ ਸਾਲਾਂ ਦੌਰਾਨ, ਹੁਣ ਸੰਕੇਤ ਤੇ ਮਿਲਦੇ ਨੇ ਵੀ ਉਹ ਟੈਨਸ਼ਨ ਕਿਤੇ ਫਿਜ਼ਲ ਹੋ ਰਹੀ ਆ, ਘਟ ਰਹੀ ਆ। ਹੁਣ ਤੇ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਵੱਲ ਨੂੰ ਗੱਲਾਂ ਹੋ ਰਹੀਆਂ ਨੇ, ਫਰੇਮਵਰਕ ਉਹਦਾ ਤਿਆਰ ਕਰਨ ਦੀ ਕੋਸ਼ਿਸ਼ਾਂ ਕਰ ਰਹੀਆਂ ਨੇ ਸਰਕਾਰਾਂ। ਪਰ ਕਿਸਾਨ ਅੰਦੋਲਨ ਕਰਕੇ ਕੈਨੇਡੀਅਨਸ ਨੂੰ ਖੱਜਲ ਕੀਤਾ ਜਾ ਰਿਹਾ, ਇਹਦੇ ਪਿੱਛੇ ਹੋਰ ਕੀ ਜਾਣਕਾਰੀ ਹੈ ਜੀ, ਕੀ ਵੇਰਵਾ ਇਸ ਗੱਲ ਦਾ? ਜੀ ਬਿਲਕੁਲ, ਦੇਖੋ ਇਹਦੇ ਵਿੱਚ ਕੀ ਹੈ ਕਿ ਜੇ ਆਪਾਂ ਦੇਖੀਏ ਤਾਂ ਇਹ ਇੱਕ ਆਫੀਸ਼ੀਅਲੀ ਸਟੇਟਮੈਂਟ ਦਿੱਤੀ ਹੈ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨੇ, ਜਿਹੜੇ ਮਿਨਿਸਟਰ ਨੇ ਤੇ ਜਿਨ੍ਹਾਂ ਦੇ ਕੋਲ NRI ਮੰਤਰਾਲਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕੁਝ ਸ਼ਿਕਾਇਤਾਂ ਪਹੁੰਚੀਆਂ ਨੇ ਕਿ ਕੁਝ ਕੈਨੇਡੀਅਨਸ ਨੂੰ ਇਸ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਕਿਉਂਕਿ ਉਹ ਬੀਤੇ ਦੇ ਵਿੱਚ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਰਹੇ ਨੇ। ਬਿਲਕੁਲ ਐਗਜ਼ੈਕਟ ਜਿਹੜੀ ਗੱਲ ਤੁਸੀਂ ਕਹੀ ਹੈ, ਉਹਨਾਂ ਦੀ ਵੀ ਵਰਡਿੰਗ ਇਹੀ ਹੈ ਕਿ ਵੀਜ਼ੇ ਵਾਸਤੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ, ਪਰੇਸ਼ਾਨ ਕੀਤਾ ਜਾ ਰਿਹਾ ਹੈ। ਦੇਖੋ ਗੱਲ ਕੀ ਹੈ ਕਿ ਹੁਣ ਮੈਨੂੰ ਪਤਾ ਨਹੀਂ ਹੈ ਕਿ ਕਿਸੇ ਹਿਸਾਬ ਦੇ ਨਾਲ ਇੱਥੇ ਅੰਬੈਸੀਆਂ ਕੰਮ ਕਰਦੀਆਂ, ਪਰ ਇੱਥੇ ਜਿਹੜੀਆਂ ਜੇ ਸ਼ਿਕਾਇਤਾਂ ਪਹੁੰਚ ਰਹੀਆਂ ਤੇ ਇਹਦਾ ਮਤਲਬ ਹੈ ਕਿ ਉਹ ਨਿਰਮੂਲ ਨਹੀਂ ਹੈ। ਕਿਸੇ ਨੂੰ ਕੋਈ ਸ਼ੌਂਕ ਥੋੜੀ ਹੈ ਕਿ ਉਹ ਸ਼ਿਕਾਇਤ ਦੇ ਕੇ ਸਗੋਂ ਸਰਕਾਰ ਦੇ ਨਾਲ ਕੋਈ ਸਿਆਪਾ ਸਿਰੜ ਲਵੇ। ਇੱਥੋਂ ਤੱਕ ਕਿਹਾ ਧਾਲੀਵਾਲ ਹੋਰਾਂ ਨੇ ਕਿ ਅਸੀਂ ਇਹ ਮੁੱਦਾ ਹੁਣ ਕੇਂਦਰ ਦੇ ਸਾਹਮਣੇ ਚੁੱਕਣ ਜਾ ਰਹੇ ਹਾਂ।
ਅਸੀਂ ਕੇਂਦਰ ਤੱਕ ਇਹ ਮੁੱਦਾ ਲੈ ਕੇ ਜਾਵਾਂਗੇ ਕਿ ਭਾਈ ਤੁਸੀਂ ਜਿਹੜੇ ਕੈਨੇਡੀਅਨਸ ਨੇ ਕਿ ਉਹਨਾਂ ਦੀ ਖੱਜਲ ਖੁਆਰੀ ਜਿਹੜੀ ਆ ਖਤਮ ਕਰੋ। ਮੈਨੂੰ ਮਿੰਟੂ ਜੀ ਇਹ ਲੱਗਦਾ ਵੀ ਇਹਨਾਂ ਵੱਲੋਂ ਜਤਾਇਆ ਗਿਆ ਇਹ ਕੰਸਰਨ ਧਾਲੀਵਾਲ ਸਾਹਿਬ ਵੱਲੋਂ ਤਕਰੀਬਨ ਮਹੀਨਾ ਡੇਢ ਮਹੀਨਾ ਲੇਟ ਹੈ, ਕਿਉਂਕਿ ਬੜਾ ਲੰਬਾ ਸਮਾਂ ਇਹ ਪ੍ਰੋਬਲਮ ਜ਼ਰੂਰ ਬਣੀ ਰਹੀ ਜਿਹੜੀ ਗੱਲ ਉਹ ਹਾਈਲਾਈਟ ਕਰ ਰਹੇ ਨੇ। ਪਰ ਹੁਣ ਜਦੋਂ ਤੋਂ ਪਿਛਲੇ ਮਹੀਨੇ ਭਾਰਤ ਦੀ ਸਰਕਾਰ ਨੇ ਕੈਨੇਡੀਅਨਜ਼ ਵਾਸਤੇ ਇਲੈਕਟ੍ਰੋਨਿਕ ਵੀਜ਼ਾ ਵੀਜ਼ਾ ਵਾਲੀ ਸੁਵਿਧਾ ਦੁਬਾਰਾ ਤੋਂ ਬਹਾਲ ਕਰ ਦਿੱਤੀ, ਜਿਹੜੀ ਪੈਂਡੈਮਿਕ ਵੇਲੇ ਬੰਦ ਕਰ ਦਿੱਤੀ ਗਈ ਸੀ, ਉਸ ਤੋਂ ਬਾਅਦ ਜਿਹੜੀ ਇਹ ਸਮੱਸਿਆ ਸੀ ਇਹਦਾ ਹੁਣ ਕਾਫੀ ਵੱਡੇ ਪੱਧਰ ਤੇ ਨਿਪਟਾਰਾ ਹੋ ਗਿਆ। ਸੋ ਇਹ ਆਪਣੇ ਆਪ ਦੇ ਵਿੱਚ ਇੰਝ ਲੱਗਦਾ ਵੀ ਜਿਵੇਂ ਬਿਆਨ ਕੋਈ ਮਹੀਨੇ ਜਾਂ 2-3 ਮਹੀਨੇ ਪਹਿਲਾਂ ਦਾ ਤਿਆਰ ਕੀਤਾ ਹੋਇਆ ਸੀ, ਦਿੱਤਾ ਹੁਣ ਗਿਆ। ਇਹ ਤਾਂ ਫਿਰ ਆਪਣੇ ਆਪ ਦੇ ਵਿੱਚ ਬੜੀ, ਕਿਉਂਕਿ ਹੁਣ ਤੁਸੀਂ ਇੱਥੇ ਬੈਠੇ ਹੋ, ਤੁਸੀਂ ਬਿਹਤਰ ਜਾਣਦੇ ਹੋ ਕਿ ਕਿਸ ਤਰ੍ਹਾਂ ਦੇ ਤਾਲੁਕਾਤ ਨੇ ਗੌਰਮੈਂਟਾਂ ਦੇ, ਕਿਸ ਤਰ੍ਹਾਂ ਅੰਬੈਸੀਆਂ ਕੰਮ ਕਰ ਰਹੀਆਂ ਨੇ, ਕਿਸ ਤਰ੍ਹਾਂ ਬਈ ਨਵੀਂ ਚੀਜ਼ ਜਿਹੜੀ ਹੈ, ਕਿਉਂਕਿ ਪੰਜਾਬ ਸਰਕਾਰ ਨੇ ਤਾਂ ਕੁਝ ਨਹੀਂ ਕਰਨਾ ਇਸ ਮਾਮਲੇ 'ਚ, ਆਵਾਜਾਈ ਵਾਲੇ ਮਾਮਲੇ 'ਚ ਉਹ ਤਾਂ ਕੰਮ ਹੈਗਾ। ਜੇ ਆਪਾਂ ਦੇਖੀਏ ਤਾਂ ਅੰਤਰਰਾਸ਼ਟਰੀ ਹੈ, ਉਹਦੇ 'ਚ ਵਿਦੇਸ਼ ਮੰਤਰਾਲਿਆਂ ਨੇ ਕੰਮ ਕਰਨਾ ਆ। ਤਾਂ ਗੱਲ ਇਹ ਹੈ ਕਿ ਬਿਲਕੁਲ ਇਹ ਤਾਂ ਫਿਰ ਜੇ ਤੁਸੀਂ ਹੁਣ ਕਹਿ ਰਹੇ ਹੋ ਕਿ ਥੋੜਾ ਬਾਈ ਆਪਸ ਦੇ ਵਿੱਚ ਹੁਣ ਸੰਬੰਧ ਵੀ ਸੁਧਰ ਰਹੇ ਆ, ਬਿਲਕੁਲ ਫ੍ਰੀ ਟ੍ਰੇਡ ਐਗਰੀਮੈਂਟ ਦੀ ਗੱਲ ਚੱਲਦੀ ਆ, ਸਾਰਾ ਕੁਝ ਠੀਕ ਠਾਕ ਆ, ਤਾਂ ਫਿਰ ਇਹ ਬਿਆਨ ਦੇਣ ਦੀ ਜ਼ਰੂਰਤ ਕੀ ਹੈ ਇਹਨਾਂ ਨੂੰ? ਤਾਂ ਇਹ ਤਾਂ ਇੱਕ ਵਾਰੀ ਫੇਰ ਜਿੱਦਾਂ ਹੁਣ ਤੁਸੀਂ ਦੱਸਤਾ ਹੈ, ਇਹ ਇੱਕ ਵਾਰੀ ਫੇਰ ਇਹਨਾਂ ਨੂੰ ਪੁੱਠਾ ਪੈ ਸਕਦਾ ਮਾਮਲਾ ਕਿ ਤੁਸੀਂ ਹਰੇਕ ਮਾਮਲੇ ਦੇ ਵਿੱਚ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਇਹ ਚੀਜ਼ਾਂ ਇੰਨੀਆਂ ਗਲਤ ਢੰਗ ਨਾਲ ਪੇਸ਼ ਕਰਦੇ ਹੋ ਕਿ ਜਿਨ੍ਹਾਂ ਦਾ ਅਸਰ ਅੱਗੇ ਜਾ ਕੇ ਪੈਂਦਾ ਹੈ। ਜੀ ਹੁਣ ਤੁਹਾਡੇ ਤੱਕ ਗੱਲ ਪਹੁੰਚੀ ਆ, 4 ਬੰਦੇ ਹੋਰ ਸੁਣ ਕੇ ਵੱਖ-ਵੱਖ ਰੇਡੀਓ ਸਟੇਸ਼ਨਾਂ ਤੇ ਜਾ ਕੇ ਕਰਨਗੇ ਕਿ ਆ ਮੰਤਰੀ ਤੋਂ ਥੇ ਕਹਿ ਰਿਹਾ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਮੈਂ ਕਹੂੰਗਾ ਗੈਰ ਜ਼ਿੰਮੇਵਾਰਾਨਾ ਗੱਲ ਆ, ਜੇਕਰ ਅਜਿਹੀ ਨਹੀਂ ਹੈ। ਪਰ ਇਹਨਾਂ ਦਾ ਸਟੇਟਮੈਂਟ ਅੱਜ ਆਇਆ ਔਰ ਉਹ ਬਕਾਇਦਾ ਟੈਲੀਵਿਜ਼ਨ ਚੈਨਲਾਂ ਤੇ ਚੱਲਿਆ ਹੈ। ਬਾਕੀ ਸਾਡੇ ਸੁਣਨ ਵਾਲਿਆਂ ਨੇ ਦੱਸ ਦੇਣਾ ਜੀ, ਜਦੋਂ ਵੀਜ਼ਾ ਹਾਸਲ ਕਰਨ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਤਾਂ ਨਿਰੰਤਰ ਸੁਣਨ ਵਾਲਿਆਂ ਦੇ ਸੁਨੇਹੇ ਆਉਂਦੇ ਨੇ। ਪਰ ਬੀਤੇ ਸਮੇਂ ਤੋਂ ਜਦੋਂ ਤੋਂ ਅਗੇਨ ਇਹ ਜਦੋਂ ਵੀਜ਼ਾ ਵਾਲੀ ਸੁਵਿਧਾ ਬਹਾਲ ਹੋਈ ਆ, ਉਦੋਂ ਤੋਂ ਉਹਨਾਂ ਸੁਨੇਹਿਆਂ ਨੂੰ ਠੱਲ ਪੈ ਗਈ ਹੋਈ ਹੈ ਜੀ। ਸੋ ਬਾਕੀ ਵੇਖਦੇ ਹਾਂ ਇਹਦੇ ਵਿੱਚੋਂ ਹੋਰ ਕੀ ਕੁਝ ਨਿਕਲਦਾ। ਪਰ ਹਾਲ ਦੀ ਘੜੀ ਇਸ ਤਰ੍ਹਾਂ ਦਾ ਕੰਸਰਨ ਪਹਿਲਾਂ ਜ਼ਰੂਰ ਰਿਹਾ, ਬੜੇ ਲੰਬੇ ਸਮੇਂ ਰਿਹਾ, ਪਰ ਹੁਣ ਤਾਂ ਲੱਗਦਾ ਸੀ ਵੀ ਉਹਦਾ ਨਿਪਟਾਰਾ ਹੋ ਗਿਆ ਹੋਇਆ। ਆਪਾਂ ਦਰਸ਼ਨ ਸਿੰਘ ਧਾਲੀਵਾਲ ਹੋਰਾਂ ਦਾ ਮਾਮਲਾ ਦੇਖਿਆ ਹੈ। ਇਸ ਤੋਂ ਇਲਾਵਾ ਪਿੱਛੇ ਜੇ ਵੈਸੇ ਕੰਮ ਤੇ ਕਰ ਦਿੰਦੇ, ਆਪਾਂ ਨੂੰ ਪਤਾ ਹੈ। ਮੈਂ ਹੁਣ ਜਿਹੜੀ ਗੱਲ ਕਰਨ ਜਾ ਰਿਹਾ ਉਹ ਵੀ ਇੱਕ ਜੁੜਦੀ ਮਿਲਦੀ ਹੈ ਇਹਦੇ ਨਾਲ ਕਿ ਜਿਹੜੇ ਉਹ ਪੱਤਰਕਾਰ ਸਨ, ਅੰਗਦ ਸਿੰਘ ਸਿੱਖ ਪੱਤਰਕਾਰ ਸਨ, ਬੜਾ ਸ਼ਾਨਦਾਰ ਕੰਮ ਕੀਤਾ ਉਹਨਾਂ ਨੇ। ਤਾਂ ਉਹਨਾਂ ਦੀ ਜਿਹੜੀ ਡਾਕੂਮੈਂਟਰੀ ਸੀਗੀ ਉਹ ਇਹਨਾਂ ਨੂੰ ਰਾਸ ਨਹੀਂ ਆਈ ਜੀ। ਤਾਂ ਇਹਨਾਂ ਨੇ ਉਹਨਾਂ ਨੂੰ, ਹੁਣ ਦੇਖੋ ਮਾਮਲਾ ਹਾਈ ਕੋਰਟ 'ਚ ਚੱਲ ਗਿਆ, ਇਹਨਾਂ ਨੇ ਜਾ ਕੇ ਜਿਹੜਾ ਉੱਥੇ ਜਵਾਬ ਦਾਖਲ ਕੀਤਾ ਵਾ ਉਹਦੇ 'ਚ ਸਪਸ਼ਟ ਕਰ ਦਿੱਤਾ ਹੈ ਕਿ ਜਿਹੜੇ OCI ਕਾਰਡ ਹੋਲਡਰ ਆ ਅਮਰੀਕੀ ਪੱਤਰਕਾਰ ਅੰਗਦ ਸਿੰਘ, ਕਿ ਅਸੀਂ ਉਹਨਾਂ ਨੂੰ ਕਾਲੀ ਸੂਚੀ ਚ ਪਾਇਆ ਹੋਇਆ ਹੈ, ਬਲੈਕ ਲਿਸਟ 'ਚ ਜੀ। ਦੇਖੋ ਕੋਰਟ 'ਚ ਜਾ ਕੇ ਭੇਤ ਖੁੱਲਿਆ। ਮੈਂ ਵੀ RTI ਪਾਈ ਸੀਗੀ, ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਇਹਨਾਂ ਦੀ ਜਿਹੜੀ ਉੱਥੇ US ਦੇ ਵਿੱਚ ਐਮਬੈਸੀ ਹੈ ਉਹਨਾਂ ਨੇ ਵੀ ਕੋਈ ਜਵਾਬ ਨਹੀਂ ਸੀ ਦਿੱਤਾ, ਕਮਾਈ ਗਏ ਜੀ, ਇਹਦੇ ਕੋਲ ਜਾਓ ਜੀ, ਇਹਦੇ ਕੋਲ ਜਵਾਬ ਲੈਵੋ। ਤਾਂ ਮਤਲਬ ਕਿ ਸਪਸ਼ਟ ਤੌਰ ਤੇ ਕੁਝ ਨਹੀਂ ਕਿਹਾ। ਹੁਣ ਹਾਈ ਕੋਰਟ ਦੇ ਵਿੱਚ ਜਾ ਕੇ ਇਹ ਗੱਲ ਪੇਸ਼ ਕੀਤੀ ਗਈ ਹੈ ਕਿ ਇਹਨਾਂ ਨੇ ਜੀ ਵੀਜ਼ਾ ਅਪਲਾਈ ਕਰਨ ਵੇਲੇ ਅਰਜ਼ੀ ਦੇ ਵਿੱਚ ਤੱਥਾਂ ਨੂੰ ਕੁਝ ਗਲਤ ਢੰਗ ਨਾਲ ਪੇਸ਼ ਕੀਤਾ ਤੇ ਨਿਯਮ ਜਿਹੜੇ ਸੀਗੇ ਉਹਨਾਂ ਦੀ ਉਲੰਘਣਾ ਕੀਤੀ ਆ, ਅਸੀਂ ਬਲੈਕ ਲਿਸਟ 'ਚ ਪਾਇਆ ਹੋਇਆ। ਤਾਂ ਹੁਣ ਪਤਾ ਨਹੀਂ ਹੈ ਕਿ ਉਸ ਟਾਈਮ ਦੇ ਪਾਏ ਬੰਦੇ ਕੁਝ ਖੱਜਲ ਵੀ ਹੋਏ ਹੋਣ, ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਕਿਉਂਕਿ ਫਿਰ ਇਹਦਾ ਮਤਲਬ ਇਹ ਆ ਕਿ ਇਸ ਤਰ੍ਹਾਂ ਦੇ ਬੰਦੇ ਜਿਨ੍ਹਾਂ ਨੇ ਪ੍ਰੋਟੈਸਟਾਂ ਦੇ ਵਿੱਚ ਕੰਮ ਕੀਤਾ ਉਹਨਾਂ ਦੀ ਬਲੈਕ ਲਿਸਟ ਬਕਾਇਦਾ ਅੱਡ ਤੋਂ ਬਣੀ ਹੋਈ ਹੈ। ਜੀ ਜੀ ਮਿੰਟੂ ਜੀ, ਹੁਣ ਗੱਲ ਕਰੀਏ ਪ੍ਰਗਟ ਸਿੰਘ, ਜਿਹੜੇ ਕਿ ਬੜੇ ਪਹਿਲਾਂ ਸ਼ਾਈਨਿੰਗ ਸਟਾਰ ਹਾਕੀ ਦੇ ਵਿੱਚ ਰਹੇ, ਭਾਰਤੀ ਟੀਮ ਦੇ ਕਪਤਾਨ ਰਹੇ, ਓਲੰਪੀਅਨ, ਤੇ ਉਸ ਤੋਂ ਮਗਰੋਂ ਸਿਆਸਤ ਦੇ ਵਿੱਚ ਆ ਗਏ। ਹੁਣ ਜ਼ਾਹਰ ਹੈ ਕਿ ਸਿਆਸੀ ਕਰੀਅਰ ਦੇ ਹਿਸਾਬ ਨਾਲ ਇਸ ਵੇਲੇ ਉਹਨਾਂ ਨੂੰ ਕਦੇ ਵੀ ਇਹ ਗੱਲ ਹਮੇਸ਼ਾ ਬਹੁਤ ਸਾਰੇ ਲੋਕਾਂ ਨੂੰ ਇਹ ਖੁਰਦੀ ਰਹੀ ਕਿ ਜਿਹੜਾ ਉਹਨਾਂ ਨੂੰ ਰੁਤਬਾ ਹਾਸਲ ਹੋਣਾ ਚਾਹੀਦਾ ਸੀ ਪੋਲੀਟਿਕਸ ਦੇ ਵਿੱਚ, ਉਹ ਜੇ ਮਿਲਿਆ ਵੀ ਤਾਂ ਪਿਛਲੇ ਇਲੈਕਸ਼ਨ ਤੋਂ ਥੋੜ੍ਹਾ ਸਮਾਂ ਪਹਿਲਾਂ ਵਿੱਦਿਆ ਮੰਤਰੀ ਦੀ, ਸਿੱਖਿਆ ਮੰਤਰੀ ਦੀ ਉਹਨਾਂ ਨੂੰ ਪੋਸਟ ਮਿਲ ਗਈ ਸੀ। ਪਰ ਹੁਣ ਐਜ਼ ਆਫ ਨਾਓ ਉਹਨਾਂ ਦਾ ਪੋਲੀਟੀਕਲ ਫਿਊਚਰ ਕਿਹੜੇ ਪਾਸੇ ਨੂੰ ਜਾ ਰਿਹਾ ਜੀ? ਉਹਨਾਂ ਨੂੰ ਲੈ ਕੇ ਕੀ ਅਪਡੇਟ ਆ? ਹਾਂਜੀ ਬਿਲਕੁਲ, ਹੁਣ ਤੇ ਗੱਲ ਇਹ ਹੈ ਕਿ ਉਹਨਾਂ ਦੀ ਜਿਵੇਂ ਇੱਕ ਫ੍ਰੀ ਹਿੱਟ ਹੁੰਦੀ ਸੀਗੀ ਨਾ ਹਾਕੀ ਦੇ ਵਿੱਚ, ਫ੍ਰੀ ਹਿੱਟ ਮਾਰਦੇ ਸੀ ਬੜੀ ਲੌਂਗ ਜੀ। ਫਿਰ ਇਸ ਤੋਂ ਇਲਾਵਾ ਫਿਰ ਪੈਨਲਟੀ ਕਾਰਨਰ ਉਦੋਂ ਡਰੈਗ ਫਲਿਕਿੰਗ ਤੇ ਨਹੀਂ ਸੀ ਹੁੰਦੀ, ਇਹ ਲਾਉਂਦੇ ਹੁੰਦੇ ਸੀ ਹਿੱਟ ਬੜੀ ਜ਼ਬਰਦਸਤ ਜ਼ਮੀਨ ਦੇ ਨਾਲ ਜੀ। ਤਾਂ ਜਿਵੇਂ ਇਹ ਲਾਉਂਦੇ ਸੀ, ਮੈਨੂੰ ਲੱਗਦਾ ਕਿ ਹੁਣ ਹਿੱਟ ਇਹਨਾਂ ਵੱਲ ਆ ਰਹੀ ਹੈ ਤੇ ਇਹਨਾਂ ਨੂੰ ਬਚਣਾ ਪਵੇਗਾ। ਗੱਲ ਇਹ ਹੈ ਕਿ ਸਰਕਾਰ ਜਿਹੜੀ ਹੈ ਉਹ ਖੇਡ ਕਿੱਟ ਘੁਟਾਲਾ ਹੈ ਉਰੇ ਇੱਥੇ ਕਥਿਤ ਤੌਰ ਤੇ। ਉਹ ਕੀ ਹੈ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਦਾ। ਗੱਲ ਇਹ ਹੈ ਕਿ ਇਹਨਾਂ ਨੇ ਕੁਝ ਖੇਡ ਕਿੱਟਾਂ ਲੈਣੀਆਂ ਸੀ 10,600 ਪਲੇਅਰਾਂ ਵਾਸਤੇ,
ਚੰਨੀ ਸਰਕਾਰ ਵੇਲੇ ਦੀ ਗੱਲ ਕਰ ਰਿਹਾ ਵਾਂ। ਤਾਂ ਉਸ ਵੇਲੇ ਕੀ ਕੀਤਾ ਸੀ ਇਹਨਾਂ ਨੇ ਕਿ ਖਿਡਾਰੀਆਂ ਦੇ ਅਕਾਊਂਟ ਦੇ ਵਿੱਚ 3-3 ਹਜ਼ਾਰ ਰੁਪਈਆ ਘੱਲਿਆ, ਔਰ ਉਸ ਤੋਂ ਬਾਅਦ ਫਿਰ ਕੀ ਹੋਇਆ ਕਿ ਇੱਕ ਦਿਨ ਬਾਅਦ ਉਹ ਸਾਰੇ ਪੈਸੇ ਵਾਪਸ ਲੈ ਲਏ ਗਏ ਸਨ, ਡਰਾਫਟਾਂ ਦੇ ਰੂਪ ਦੇ ਵਿੱਚ, ਚੈੱਕਾਂ ਦੇ ਰੂਪ 'ਚ। ਉਸ ਸੰਬੰਧਿਤ ਫਰਮ ਨੂੰ ਜਾਂ ਫਰਮਾਂ ਨੂੰ ਦੇ ਕੇ ਇਹਨਾਂ ਨੇ ਜਿਹੜੀਆਂ ਕਿੱਟਾਂ ਸਪਲਾਈ ਕਰਵਾਈਆਂ ਉਹ 3,000 ਵਾਲੀ 4,000 ਵਾਲੀ ਕਿੱਟ ਨਹੀਂ ਸੀਗੀ। ਤਾਂ ਉਹਦੇ 'ਚ ਹੋਇਆ ਕਥਿਤ ਤੌਰ ਤੇ ਗਬਨ। ਉਹਦੀ ਹੁਣ ਗਾਜ ਡਿੱਗ ਰਹੀ ਹੈ 2-3 ਬੰਦਿਆਂ ਤੇ। ਨੰਬਰ 1 ਅਜੋਏ ਸ਼ਰਮਾ, ਜਿਹਦਾ ਜ਼ਿਕਰ ਤੁਸੀਂ ਦੇਖਿਆ ਹੋਣਾ ਹੈ, ਪਿੱਛੇ ਜੇ ਵੀ ਆਇਆ ਸੀਗਾ ਕਿ ਜੀ ਉਹਨਾਂ ਨੇ 30 ਕਰੋੜ ਰੁਪਈਏ ਤੇ ਸਹੀ ਪਾਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਐਡਵਰਟਾਈਜ਼ਮੈਂਟ ਦਾ ਸੀਗਾ। ਤਾਂ ਇੱਕ ਤਾਂ ਉਹ ਨੇ, ਉਸ ਟਾਈਮ ਖੇਡ ਮਹਿਕਮੇ ਦੇ ਸੈਕਟਰੀ ਸੀਗੇ। ਇੱਕ ਹੈਗੇ ਨੇ ਸੁਖਵੀਰ ਗਰੇਵਾਲ, ਜਿਹੜੇ ਕਿ ਇਹਨਾਂ ਦੇ ਬੜੇ ਕਹਿ ਲਓ ਕਿ ਨਜ਼ਦੀਕੀ ਆ ਪ੍ਰਗਟ ਸਿੰਘ ਹੋਰਾਂ ਦੇ। ਇੱਕ ਉਹਨਾਂ ਤੇ ਗਾਜ ਟਿਕ ਰਹੀ ਹੈ ਕਿ 60 ਸਾਲ ਦਾ ਜਿਹੜਾ ਆਪਣਾ ਹੁੰਦਾ ਕਿਸੇ ਦਾ ਵੀ ਕਾਰਜਕਾਲ ਸੇਵਾ ਕਾਲ ਦਾ, ਤਾਂ ਉਹਦੇ ਵਿੱਚ 2 ਐਕਸਟੈਂਸ਼ਨਾਂ ਵੀ ਲਾ ਲਓ ਤਾਂ 69 ਸਾਲ ਦੇ ਹੋ ਕੇ ਵੀ ਉਹ ਡਾਇਰੈਕਟਰ ਦੇ ਅਹੁਦੇ ਤੇ ਕਿਵੇਂ ਬੈਠੇ ਸਨ। ਤਾਂ ਫਿਰ ਖੇਡ ਮੰਤਰੀ ਪ੍ਰਗਟ ਸਿੰਘ ਵੀ ਰਹੇ ਨੇ ਜੀ। ਇਸ ਕਰਕੇ ਹੁਣ ਇਹ ਸਮਝਿਆ ਜਾ ਰਿਹਾ ਕਿ ਜਿਹੜਾ ਖੇਡ ਕਿੱਟ ਘੁਟਾਲਾ ਹੁਣ ਕੱਢਿਆ, ਹਾਲਾਂਕਿ ਇਹਦੀ ਸ਼ਿਕਾਇਤ ਜਿਹੜੀ ਕੀਤੀ ਸੀਗੀ ਉਹ ਇੱਕ ਰਿਟਾਇਰਡ ਅਫਸਰ ਨੇ ਹੀ ਕੀਤੀ ਸੀਗੀ ਜੀ, ਜਿਸ ਤੋਂ ਬਾਅਦ ਇਹ ਮਾਮਲਾ ਚੱਲਿਆ। ਤਾਂ ਹੁਣ ਵਿਜੀਲੈਂਸ ਪਰਤਾਂ ਖੋਲ ਰਹੀ ਹੈ, ਤਾਂ ਇਹਦੇ 'ਚ ਹੁਣ ਅੱਗੇ ਜਦੋਂ ਇਹ ਜਾਂਚ ਪੜਤਾਲ ਵਧੇਗੀ ਤਾਂ ਹੋ ਸਕਦਾ ਕਿ ਪ੍ਰਗਟ ਸਿੰਘ ਦਾ ਵੀ ਨੰਬਰ ਲੱਗ ਜਾਵੇ, ਜਿਹਦੀ ਕਿ ਸੰਭਾਵਨਾ ਹੈ। ਅੱਜ ਵੀ ਜੇ ਵੇਖੋਗੇ ਤਾਂ ਵਿਜੀਲੈਂਸ ਐਂ ਲੱਗਦਾ ਕਿ ਜਿਵੇਂ ਨਵੇਂ ਸਾਲ ਤੇ ਥੋੜਾ ਰੈਸਟ ਕਰਕੇ ਨਾ, ਵਿਸ਼ਰਾਮ ਕਰਕੇ ਇਹ ਫਰੈਸ਼ ਹੋ ਕੇ ਲੱਗੀ ਆ ਕਿ ਅੱਜ ਕਿੱਕੀ ਢਿੱਲੋਂ ਵੀ ਬੁਲਾ ਲਿਆ, ਸਾਬਕਾ ਵਿਧਾਇਕ। ਇਸ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ, ਉਹਨੂੰ ਵੀ ਜਾ ਕੇ ਰਿਹਾ ਨੇ। ਉਹਦੀਆਂ ਵੀ ਕੋਠੀਆਂ ਕਾਠੀਆਂ ਬਣ ਰਹੀਆਂ ਨੇ, ਤੁਹਾਨੂੰ ਪਤਾ ਹੀ ਹੈ, ਆਂਦੇ ਦੇ ਵੱਡੇ ਸਿਰਾਂ ਦੀਆਂ ਵੱਡੀਆਂ ਸਿਰ ਪੀੜਾਂ, ਕੰਮ ਵੱਡੇ ਆ। ਤਾਂ ਉੱਥੇ ਜਾ ਕੇ ਫੀਤੇ ਫੂਤੇ ਮਾਰ ਆਏ ਨੇ ਜੀ। ਮਤਲਬ ਕਿ ਕਾਫੀ ਗਹਿਮਾ ਗਹਿਮੀ ਹੈ। ਵਿਜੀਲੈਂਸ ਨੇ ਥੋੜੇ ਦਿਨ ਰੈਸਟ ਕੀਤਾ, ਉਸ ਤੋਂ ਬਾਅਦ ਜਿਵੇਂ ਜਿਮ ਵਾਲੇ ਨਹੀਂ ਹੁੰਦੇ, ਉਹ 4-5 ਦਿਨ ਤਗੜਾ ਵਰਕਆਊਟ ਲਾਉਂਦੇ ਆ, ਫਿਰ 2 ਦਿਨ ਰੈਸਟ ਕਰਦੇ, ਫਿਰ ਪੈਂਦੇ ਆ ਦਫਾ ਦਫ ਜੀ। ਮਿੰਟੂ ਜੀ, ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਇਹ ਸਵਾਲ ਕੀਤਾ। ਉਹ ਕਹਿੰਦੇ ਪੰਜਾਬ ਤੇ ਇਹ ਦੱਸੋ ਵੀ 3 ਲੱਖ ਕਰੋੜ ਦਾ ਕਰਜ਼ਾ ਕਿਵੇਂ ਚੜ ਗਿਆ? ਬਿਲਕੁਲ, ਜਿਵੇਂ ਤੁਸੀਂ ਸ਼ੁਰੂਆਤ ਦੇ 9 ਮਹੀਨਿਆਂ ਦੇ ਵਿੱਚ 30,000 ਕਰੋੜ ਲੈ ਲਿਆ ਕਰਜ਼ਾ, ਏਦਾਂ ਹੀ ਉਹ ਚੜਾਈ ਗਏ ਨੇ ਸੁੱਖ ਨਾਲ, ਸਾਰੇ ਜਦੋਂ ਜਿਹਦੀ ਤੇ ਲੱਗੇ ਹੋਏ ਨੇ। ਖੈਰ ਇਹ ਜਵਾਬ ਦੇ ਰਹੇ ਸਨ। ਅੱਜ ਕੱਲ੍ਹ ਤੁਹਾਨੂੰ ਪਤਾ ਇੱਕ ਇੰਡੀਆ ਦੇ ਵਿੱਚ ਇੱਕ ਕਲਚਰ ਹੀ ਹੈ ਵੈਸੇ ਵੀ, ਜਦੋਂ ਵੀ ਕੋਈ ਕੰਮ ਕਰਦਾ ਕਿਸੇ ਵੀ ਰਜੀਮ ਦੇ ਵਿੱਚ ਵੇਖੋਗੇ, ਜਦੋਂ ਵੀ ਕੋਈ ਕੰਮ ਕਰਦਾ ਤਾਂ ਦੂਸਰੇ ਨੇ ਕੋਈ ਨਾ ਕੋਈ ਨਗੋਚ ਕੱਢ ਹੀ ਦੇਣੀ ਹੈ ਜੀ। ਜਿਵੇਂ ਕਹਿੰਦੇ ਨਾ, ਖਾਂਦੇ ਦੇ ਦਾੜੀ ਕਿਉਂ ਹਿੱਲਦੀ ਹੈ। ਤੇ ਇੱਥੇ ਵੀ ਮਸਲਾ ਜਿਹੜਾ ਉਹ ਕੋਈ ਨਾ ਕੋਈ ਤੁਹਾਨੂੰ ਪਤਾ ਹੀ ਹੈ ਟੁੱਚਣਾ ਡਾਉਣ ਵਾਲਾ ਚੱਲ ਪੈਂਦਾ। ਤਾਂ ਬਹਰਹਾਲ ਹੋਇਆ ਕੀ ਸੀਗਾ ਕਿ ਜਦੋਂ ਇਹਨਾਂ ਨੇ ਆਮ ਆਦਮੀ ਕਲੀਨਿਕ ਵਾਲਾ ਕਨਸੈਪਟ ਲੈ ਕੇ ਆਏ ਤਾਂ ਉਦੋਂ ਇੱਕ ਸਿਆਸੀ ਤੇ ਟੁੱਚਰ ਡਈ ਉਹ ਤਾਂ ਹੋਣੀ ਮੈਂ ਜਿਵੇਂ ਤੁਹਾਨੂੰ ਕਿਹਾ ਕੋਈ ਟ੍ਰੈਂਡ ਚੱਲਦਾ ਇੰਡੀਆ 'ਚ। ਪਰੰਤੂ ਇੱਥੇ ਕੀ ਹੈ ਕਿ ਜ਼ਮੀਨ ਤੋਂ ਬੜਾ ਤਗੜਾ ਵਿਰੋਧ ਸ਼ੁਰੂ ਹੋਇਆ। ਤੁਸੀਂ ਉਹ ਦੇਖਿਆ ਹੋਣਾ ਕਿ ਲਾਭ ਸਿੰਘ ਉਗੋਕੇ ਦੀ ਉਹ ਵੀਡੀਓ ਵੀ ਬੜੀ ਵਾਇਰਲ ਹੋਈ, ਸਰਪੰਚ ਦੇ ਨਾਲ ਝਗੜ ਰਹੇ ਨੇ, ਲਫੇੜੇ ਮਾਰ ਕੇ ਅੰਦਰ ਸੁੱਟਿਆ ਹੁੰਦਾ ਵਗੈਰਾ ਵਗੈਰਾ ਕਹਿ ਰਹੇ ਨੇ, ਮਤਲਬ ਕਿ ਕਾਫੀ ਅਕਲ ਆਪਣੀ ਦਿਖਾ ਰਹੇ ਆ। ਤਾਂ ਉਹ ਸਾਰਾ ਕੁਝ ਕਿੱਥੋਂ ਨਿਕਲਿਆ? ਉਹ ਉਸੇ ਚੱਕਰ ਚੋਂ ਹੀ ਨਿਕਲਿਆ। ਤਾਂ ਇੱਥੇ ਕੀ ਹੈ ਕਿ ਇੱਕ ਬੜਾ ਜ਼ਬਰਦਸਤ ਆਰਗੂਮੈਂਟ ਚੱਲ ਰਿਹਾ ਵਾ ਕਿ ਕੀ ਜਿਹੜੀਆਂ ਪੇਂਡੂ ਡਿਸਪੈਂਸਰੀਆਂ ਸੀਗੀਆਂ ਉਹ ਚੱਲਦੀਆਂ ਰਹਿਣੀਆਂ ਚਾਹੀਦੀਆਂ ਸੀ ਜਾਂ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਸੀ। ਦੂਜਾ ਇਹ ਆ ਕਿ ਬਈ ਤੁਸੀਂ ਜਾ ਕੇ ਲਾ ਕੇ 4 ਲੀਟਰ ਰੰਗ ਦਾ ਲਾਤਾ ਫੱਟਾ ਆਮ ਆਦਮੀ ਕਲੀਨਿਕ, ਸਾਰੀ ਬਿਲਡਿੰਗ ਉਹਨਾਂ ਦੀ ਆ, ਸਾਰਾ ਹੋਰ ਸਾਜੋ ਸਮਾਨ ਉਹਨਾਂ ਦਾ, ਡਾਕਟਰ ਉਹਨਾਂ ਦੇ, ਤੁਹਾਡਾ ਕੀ ਹੈ? ਇਸ ਬਹਿਸ ਦਾ ਜਵਾਬ ਉਹ ਦੇ ਰਹੇ ਨੇ। ਉਹ ਕਹਿੰਦੇ ਕਿ ਤਾਂ ਖੰਡਰ ਹੋਈਆਂ ਪਈਆਂ ਸੀ, ਅਸੀਂ ਚਲਾਈਆਂ ਨੇ। ਇਹ ਕਹਿੰਦੇ ਬਾਦਲ ਹੋਰਾਂ ਦੀਆਂ, ਬਾਦਲਾਂ ਨੇ ਕਹਿੰਦੇ ਰਜਿਸਟਰੀ ਕਰਾਈ ਹੈ ਇਹਦੀ। ਤਾਂ ਦੂਜੇ ਪਾਸੇ ਉਹ ਕਹਿੰਦੇ ਕਿ ਜੇ ਇਹਨਾਂ ਨੇ ਚੰਗੇ ਕੰਮ ਕੀਤੇ ਤਾਂ ਫਿਰ ਕਰਜ਼ਾ ਕਿਵੇਂ ਚੜ ਗਿਆ? ਮਤਲਬ ਕਿ ਨਾ ਕੋਈ ਇਹਨਾਂ ਨੇ ਹਸਪਤਾਲ ਬਣਾਏ ਆ, ਨਾ ਕੋਈ ਸਕੂਲ ਕਾਲਜ ਬਣਾਏ ਆ, ਤਾਂ ਇਹ ਕਰਜ਼ਾ ਕਿਵੇਂ ਚੜ ਗਿਆ? ਤਾਂ ਇਸ ਸਵਾਲ ਦਾ ਜਵਾਬ ਤਾਂ ਇਹੀ ਹੈ ਕਿ ਜਿੱਦਾਂ 9 ਮਹੀਨਿਆਂ 'ਚ 30,000 ਕਰੋੜ ਤੁਸੀਂ ਬੋਰੋ ਕੀਤਾ, ਉਸੇ ਤਰ੍ਹਾਂ ਇਹ ਵੀ ਕਰਦੇ ਗਏ ਨੇ। ਕਿਉਂਕਿ ਗੱਲ ਇਹ ਹੈ ਕਿ ਵਸੀਲੇ ਤੇ ਵਧਾਈ ਨਹੀਂ ਹੈ। ਤੁਹਾਡੀਆਂ ਮਾਲੀਆ ਪ੍ਰਾਪਤੀਆਂ ਕਿੰਨੀਆਂ ਵਧੀਆਂ ਤੁਸੀਂ ਆਪ ਦੇਖ ਲਓ ਮਾਨ ਸਾਹਿਬ। ਪਰ ਜਦੋਂ ਇਹ ਹੈ ਕਿ ਘਰ ਚਲਾਉਣ ਵਾਸਤੇ ਫਿਰ ਕਿਸੇ ਨਾ ਕਿਸੇ ਪਾਸੋਂ ਤੁਹਾਡੀ ਆਮਦਨ 5,000 ਹੈ, ਖਰਚਾ ਤੁਹਾਡਾ ਮਹੀਨੇ ਦਾ 10,000 ਹੈ, ਉਹ 5,000 ਵਾਲਾ ਖੱਪਾ ਕਿੱਥੋਂ ਹੈ? ਠੱਗੋਗੇ ਕਿਸੇ ਕੋਲੋਂ, ਮੰਗੋਗੇ ਕਿਸੇ ਕੋਲੋਂ, ਜਾਂ ਉਧਾਰੀ ਲਓਗੇ। ਇਸੇ ਤਰ੍ਹਾਂ ਹੀ ਚੱਲੀ ਆ ਰਿਹਾ ਤੇ ਇਸੇ ਤਰ੍ਹਾਂ ਚੱਲੀ ਜਾ ਰਿਹਾ ਹੈ। ਇਹ ਵੀ ਦੁਖਦ ਗੱਲ ਆ, ਇਸੇ ਤਰ੍ਹਾਂ ਚੱਲੀ ਆ ਰਿਹਾ ਸੀ, ਇਸੇ ਤਰ੍ਹਾਂ ਚੱਲੀ ਜਾ ਰਿਹਾ ਹੈ। ਮਿੰਟੂ ਜੀ, ਇਹ ਅੱਜ ਪਾਕਿਸਤਾਨ ਵਾਲੇ ਪਾਸਿਓਂ ਖਬਰ ਆਈ ਜੀ, ਉੱਥੇ ਇੱਕ ਮਸਜਿਦ ਦੇ ਵਿੱਚ 46 ਮੌਤਾਂ ਹੋਈਆਂ, ਕਈ ਜ਼ਖਮੀ ਹੋਏ, ਆਤਮਘਾਤੀ ਹਮਲਾ ਹੋਇਆ ਜੀ ਉੱਥੇ ਪੇਸ਼ਾਵਰ ਵਾਲੇ ਪਾਸੇ।
ਹਾਂਜੀ ਦੇਖੋ, ਬਿਲਕੁਲ ਇਹਦੀ ਜ਼ਿੰਮੇਵਾਰੀ ਵੀ ਦੱਸਦੇ ਆ ਕਿ ਟੀਟੀਪੀ ਨੇ ਲੈ ਲਈ ਆ, ਤਾਂ ਇਹ ਮਾਮਲਾ ਜਿਹੜਾ ਹੈ ਨਾ ਉਹ ਉਸੇ ਦਿਸ਼ਾ ਵੱਲ ਹੀ ਵੱਧਦਾ ਨਜ਼ਰ ਆ ਰਿਹਾ, ਜਿਸ ਦੀ ਸ਼ਾਇਦ ਆਪਾਂ ਇੱਕ ਦਿਨ ਗੱਲ ਵੀ ਕਰਦੇ ਸਾਂ ਕਿ ਇਹ ਜਿਹੜਾ ਤਹਿਰੀਕੇ ਤਾਲਿਬਾਨ ਆ ਪਾਕਿਸਤਾਨ ਵਾਲਾ, ਕਿ ਇਹ ਬਹੁਤ ਜ਼ਿਆਦਾ ਖੂੰਖਾਰ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ। ਇੰਡੀਆ ਨੂੰ ਵੀ ਥੋੜਾ ਇੱਧਰ ਹੁਣ ਚੌਕਸ ਹੋ ਕੇ ਸੋਚਣ ਦੀ ਜ਼ਰੂਰਤ ਆ। ਕਿਉਂਕਿ ਇਹਨਾਂ ਦੀ ਪਹਿਲਾਂ ਤਾਂ ਇਹਨਾਂ ਦੇ ਨਾਲ ਜੰਗਬੰਦੀ ਸੀਗੀ, ਸੰਧੀ ਕਰ ਲਈ ਸੀਗੀ ਪਾਕਿਸਤਾਨ ਦੀ ਗਵਰਨਮੈਂਟ ਨੇ। ਇਹ ਉਹੀ ਅੱਤਵਾਦੀ ਜਥੇਬੰਦੀ ਆ ਜਿਨ੍ਹਾਂ ਨੇ ਜਵਾਕ ਮਾਰੇ ਸਨ ਸਕੂਲ ਦੇ ਵਿੱਚ। ਜੀ 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 ਜੀ, ਯਾਦ ਹੈ ਨਾ ਤੁਹਾਨੂੰ, 8-9 ਸਾਲ ਪਹਿਲਾਂ। ਉਸ ਤੋਂ ਬਾਅਦ ਚਲੋ ਕੁਝ ਸਮਾਂ ਬਾਕੀ ਇਹਨਾਂ ਦੀ ਆਪਸ ਦੇ ਵਿੱਚ ਸ਼ਾਂਤੀ ਹੋਈ ਆ, ਤਾਂ ਉਸ ਤੋਂ ਬਾਅਦ ਹੁਣ ਕੀ ਹੈ ਕਿ ਬਹੁਤ ਵੱਡੇ ਪੱਧਰ ਤੇ ਤੁਸੀਂ ਦੇਖੋਗੇ ਇਹਨਾਂ ਦੀ ਜਿਹੜੀ ਡੂਰੰਡ ਲਾਈਨ ਆ ਉੱਥੇ ਵੀ ਗੋਲੀਬਾਰੀ ਚੱਲ ਰਹੀ ਹੈ। ਜਿਹੜਾ ਅਫਗਾਨੀ ਤਾਲਿਬਾਨ ਆ ਉਹ ਇਹਨਾਂ ਨੂੰ ਸਪੋਰਟ ਕਰਦਾ ਆ, ਇਹ ਜਾ ਕੇ ਪਾਕਿਸਤਾਨ ਸਰਕਾਰ ਤੇ ਹਮਲੇ ਕਰਦੇ ਆ। ਪਿੱਛੇ ਜੇ ਇਹਨਾਂ ਦੇ ਵਿਦੇਸ਼ ਮੰਤਰੀ ਜਿਹੜੇ ਹੈਗੇ ਨੇ ਰਾਣਾ ਸਨਾਉਲ, ਉਹਦੇ ਬਿਆਨ ਤੋਂ ਵੀ ਬਹੁਤ ਜ਼ਿਆਦਾ ਵਿਵਾਦ ਪੈਦਾ ਹੋ ਗਿਆ ਸੀ। ਤੁਹਾਨੂੰ ਯਾਦ ਹੋਏਗਾ ਕਿ ਉਹਨਾਂ ਦੇ ਇੱਕ ਆਗੂ ਨੇ, ਤਾਲਿਬਾਨੀਆਂ ਦੇ ਇੱਕ ਆਗੂ ਨੇ, ਅਫਗਾਨ ਤਾਲਿਬਾਨੀਆਂ ਦੀ ਗੱਲ ਕਰ ਰਿਹਾ, ਉਹਨਾਂ ਨੇ ਉਹ ਫੋਟੋ ਵੀ ਸ਼ੇਅਰ ਕੀਤੀ ਸੀਗੀ ਜਿਸ ਫੋਟੋ ਦੇ ਵਿੱਚ ਸਰੈਂਡਰ ਹੋ ਰਿਹਾ 1971 ਵੇਲੇ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਹਿਲਾਂ ਹੀ ਤੁੜਕੂ ਲਾਈ ਬੈਠੀਆਂ ਸੀਗੀਆਂ, ਤੁੜਕੂ ਪਹਿਲਾਂ ਹੀ ਪੈਦਾ ਕਰ ਬੈਠੀਆਂ ਸੀਗੀਆਂ ਕਿ ਕਿਸੇ ਨਾ ਕਿਸੇ ਪੱਖ ਤੋਂ ਪਾਕਿਸਤਾਨ ਜਿਹੜਾ ਹਮਲਿਆਂ ਦਾ ਸ਼ਿਕਾਰ ਹੋ ਸਕਦਾ। ਪਰ ਅੱਜ ਵਾਲਾ ਜਿਹੜਾ ਹਮਲਾ ਹੈ ਉਹ ਹਮਲਾ ਮਸਜਿਦ ਦੇ ਵਿੱਚ ਹੋਇਆ, ਤੇ ਮਸਜਿਦ ਦੇ ਵਿੱਚ ਹਮਲਾ ਹੋਏ ਤੋਂ ਹੁਣ ਤੱਕ 46 ਮੌਤਾਂ ਦੀ ਕਹਿ ਲਓ ਖਬਰ ਆ। ਹਾਲੇ ਹੋਰ ਵੀ ਨੁਕਸਾਨ ਵੱਧ ਸਕਦਾ। ਇਹ ਜਿਹੜੀ ਮਸਜਿਦ ਸੀ ਦੱਸਦੇ ਕਿ ਪੁਲਿਸ ਹੈਡਕੁਆਟਰ ਦੇ ਵਿੱਚ ਹੀ ਸੀਗੀ। ਜੀ ਮਿੰਟੂ ਜੀ, ਹੁਣੇ ਅਪਡੇਟ ਆਈ ਹੈ ਹੁਣੇ ਕੁਝ ਸਕਿੰਟ ਪਹਿਲਾਂ ਕਿ ਮੌਤਾਂ ਦੀ ਗਿਣਤੀ ਵੱਧ ਕੇ 61 ਹੋ ਚੁੱਕੀ ਹੈ ਤੇ ਜ਼ਖਮੀਆਂ ਦੀ ਗਿਣਤੀ 150 ਦੇ ਨੇੜੇ ਹੈ ਜੀ। ਹਾਂਜੀ, ਤਾਦਾਦ ਬਹੁਤ ਹੈ ਨਾ ਵਿਜੇ ਜੀ। ਦੱਸਦੇ ਆ ਕਿ ਜਿਹੜੀ ਗੈਦਰਿੰਗ ਸੀਗੀ, ਜਿਹੜੀ ਦੁਪਹਿਰ ਵੇਲੇ ਦੀ ਨਮਾਜ਼ ਹੁੰਦੀ ਹੈ, ਉਸ ਵੇਲੇ ਉੱਥੇ ਇਕੱਠ ਜਿਹੜਾ ਸੀਗਾ ਦੱਸਦੇ ਆ ਕਿ 300-350 ਬੰਦੇ ਦਾ ਸੀ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਇੱਕ ਹਾਲ ਦੇ ਵਿੱਚ 300-350 ਬੰਦਾ ਹੈ, ਤਾਂ ਨੇੜੇ ਨੇੜੇ ਕੋਈ ਜ਼ਿਆਦਾ ਦੂਰੀ ਨਹੀਂ ਹੁੰਦੀ। ਤਾਂ ਉਸੇ ਕਤਾਰ ਦੇ ਵਿੱਚ ਆਪਣੇ ਆਪ ਨੂੰ ਉਡਾਇਆ। ਤੇ ਦੱਸਦੇ ਇਹ ਆ ਕਿ ਆਮ ਤੌਰ ਤੇ ਇਸ ਮਸਜਿਦ ਦੇ ਵਿੱਚ ਐਂਟਰੀ ਜਿਹੜੀ ਹੈ ਪਾਸ ਦੇ ਨਾਲ ਹੁੰਦੀ ਹੈ, ਪਾਸ ਬਣਿਆ ਹੁੰਦਾ ਹੈ। ਪਰ ਇੱਥੇ ਹੁਣ ਕਿਵੇਂ ਸਾਰਾ ਕੁਝ ਹੋ ਗਿਆ ਸਮਝ ਤੋਂ ਬਾਹਰ ਦੀ ਗੱਲ ਹੈ, ਕਿਉਂਕਿ ਜ਼ਿਆਦਾਤਰ ਦੱਸਦੇ ਆ ਕਿ ਪੁਲਿਸ ਕਰਮਚਾਰੀ ਹੀ ਉੱਥੇ ਸਨ ਜੀ। ਜਦੋਂ ਇਹ ਨਮਾਜ਼ ਦਾ ਵੇਲਾ ਸੀਗਾ ਨਾ, ਜ਼ੋਹਰ ਦੀ ਨਮਾਜ਼ ਜਿਹਨੂੰ ਕਹਿੰਦੇ ਆਪਾਂ, ਤਾਂ ਉਸ ਵੇਲੇ ਜ਼ਿਆਦਾਤਰ ਉੱਥੇ ਪੁਲਿਸ ਆਫੀਸਰ ਹੀ ਮੌਜੂਦ ਸੀਗੇ। ਹੁਣ ਕਿੰਨਾ ਵੱਡਾ ਨੁਕਸਾਨ ਆ ਇਹ ਤੇ ਚਲੋ ਸਵੇਰੇ ਪਤਾ ਲੱਗੇਗਾ, ਪਰ ਬਹੁਤ ਵੱਡੇ ਪੱਧਰ ਤੇ ਹਮਲਿਆਂ ਦਾ ਪਹਿਲਾਂ ਹੀ ਜਿਹੜਾ ਖਦਸ਼ਾ ਸੀ ਉਹ ਕਿਤੇ ਨਾ ਕਿਤੇ ਹੁਣ ਸੱਚ ਸਾਬਤ ਹੋ ਰਿਹਾ। ਤੇ ਤੁਸੀਂ ਵੇਖੋ ਉੱਥੋਂ ਦੀ ਜਨਤਾ ਦੀ, ਆਵਾਮ ਦੀ ਕਿਸਮਤ ਵੇਖੋ। ਇੱਕ ਪਾਸੇ ਮਹਿੰਗਾਈ ਦੀ ਮਾਰ, 35 ਰੁਪਏ ਪੈਟਰੋਲ ਵੱਧ ਗਿਆ ਜੀ, 250 ਨੂੰ ਆਟਾ ਹੋ ਗਿਆ ਜੀ। ਇੱਕ ਬੱਚੇ ਦੀ ਮੈਂ ਵੀਡੀਓ ਦੇਖ ਰਿਹਾ ਸੀ ਵਿਜੇ ਜੀ, ਉਹ ਟੀਚਰ ਪੁੱਛ ਰਿਹਾ ਤੇ ਉਹ ਬੱਚਾ ਬੜਾ ਮਾਯੂਸ ਹੋ ਕੇ ਦੱਸ ਰਿਹਾ ਕਿ ਆਟਾ ਮੁੱਕ ਗਿਆ ਘਰੇ। ਇਹ ਸਾਰੀਆਂ ਚੀਜ਼ਾਂ ਨੇ ਇੱਕ ਪਾਸੇ, ਦੂਸਰੇ ਪਾਸੇ ਹਿੰਸਾ, ਤਾਂ ਫਿਰ ਜਨਤਾ ਜਾਊ ਕਿੱਧਰ ਜੀ। ਮਿੰਟੂ ਜੀ, ਗੱਲ ਕਰੀਏ ਹਾਕੀ ਵਰਲਡ ਕੱਪ ਦੇ ਸੰਦਰਭ ਦੇ ਵਿੱਚ। ਹੁਣ ਜਦੋਂ ਕਦੇ ਵੀ ਕਿਸੇ ਟੀਮ ਦੀ ਕਾਰਗੁਜ਼ਾਰੀ ਵਧੀਆ ਨਹੀਂ ਰਹਿੰਦੀ ਤਾਂ ਪਤਾ ਕਿ ਜਿਹੜੀ ਅਪਰ ਮੈਨੇਜਮੈਂਟ ਆ ਜਾਂ ਹੋਰ ਕੋਈ ਜਿਹੜੇ ਚੋਟੀ ਦੇ ਖਿਡਾਰੀ ਆ, ਕੈਪਟਨ ਹੁੰਦੇ ਨੇ, ਕਪਤਾਨ ਹੁੰਦੇ ਨੇ ਟੀਮ ਦੇ, ਉਹਨਾਂ ਦੇ ਉੱਪਰ ਗਾਜ ਡਿੱਗਦੀ ਆ। ਸੋ ਭਾਰਤ ਦੀ ਜਿਹੜੀ ਮੈਨਜ਼ ਹਾਕੀ ਟੀਮ ਹੈ ਉਸਦੇ ਮੁੱਖ ਕੋਚ ਗ੍ਰੈਹਮ ਰੀਡ ਅਸਤੀਫਾ ਦੇ ਗਏ ਨੇ ਜੀ। ਦੇਖੋ, ਗ੍ਰੈਹਮ ਰੀਡ ਨੇ ਬਹੁਤ ਵਧੀਆ ਕੰਮ ਕੀਤਾ। ਮੇਰਾ ਇਹ ਮੰਨਣਾ ਹੈ ਕਿ ਜੇ ਹਾਕੀ ਨੇ ਦੁਬਾਰਾ ਪੂਰੀ ਦੁਨੀਆ ਦੇ ਵਿੱਚ ਕਿਤੇ ਥੋੜੀ ਪਛਾਣ ਬਣਾਈ ਆ, ਪਛਾਣ ਬਣੀ ਹੈ, ਨੋ ਡਾਊਟ, ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਹੈਗਾ ਕਿ ਪਛਾਣ ਦੁਬਾਰਾ ਨਹੀਂ ਬਣਾਈ। ਕਿਉਂਕਿ ਤੁਸੀਂ ਦੇਖੋ ਨਾ, ਕਿੰਨੇ ਸਾਲਾਂ ਬਾਅਦ ਓਲੰਪਿਕ ਦੇ ਵਿੱਚੋਂ ਮੈਡਲ ਕੱਢਿਆ ਵਾ ਇਹਨਾਂ ਨੇ ਜੀ, ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਚੈਂਪੀਅਨਸ ਟਰਾਫੀ ਦੇ ਵਿੱਚ ਇਹਨਾਂ ਦੀ ਪੋਜੀਸ਼ਨ ਆ ਗਈ ਸੀਗੀ, ਕਾਮਨਵੈਲਥ ਦੇ ਵਿੱਚ ਇਹਨਾਂ ਦੇ ਕੋਲ ਮੈਡਲ ਆ। ਉਹ ਸਾਰਾ ਰੀਡ ਨੇ ਆਪਣੀ ਮਿਹਨਤ ਦੇ ਨਾਲ, ਆਪਣੇ ਜਿਹੜੇ ਇਹਨਾਂ ਦੇ ਬੱਚੇ ਸੀ ਜੋ ਤਿਆਰ ਕੀਤੇ, ਉਹਨਾਂ ਦੀ ਘਾਲਣਾ ਦੀ ਬਦੌਲਤ ਸਭ ਕੁਝ ਹਾਸਲ ਕੀਤਾ। ਪਰ ਇੱਕ ਸਮਾਂ ਆਉਂਦਾ ਹੈ, ਤੁਹਾਨੂੰ ਪਤਾ, ਜਦੋਂ ਕਹਿੰਦੇ ਆ ਨਾ ਕਿ ਤੁਹਾਨੂੰ ਜਾਣਾ ਪੈਂਦਾ ਹੈ, ਤੁਹਾਡਾ ਸਮਾਂ ਮਾੜਾ ਆਉਂਦਾ ਹੈ। ਕਿਉਂਕਿ ਕੁਝ ਤੁਸੀਂ ਜੋ ਵੀ ਹੋ, ਅੱਜ ਤੁਸੀਂ ਵਿਜੇ ਜੀ ਜਿੱਥੇ ਹੋ, ਤੁਸੀਂ ਆਪਣੇ ਫੈਸਲਿਆਂ ਦੀ ਬਦੌਲਤ ਹੋ ਜੀ। 5 ਸਾਲ ਬਾਅਦ ਜਿੱਥੇ ਵੀ ਹੋਵੋਗੇ ਫੈਸਲਿਆਂ ਦੀ ਬਦੌਲਤ ਹੋਵੋਗੇ ਜੀ। ਇਸ ਕਰਕੇ ਗੱਲ ਇਹ ਹੈ ਕਿ ਜਦੋਂ ਫੈਸਲੇ ਕਿਸੇ ਕੋਚ ਦੇ ਪੁੱਠੇ ਪੈਂਦੇ ਆ ਤਾਂ ਉਹਨੂੰ ਜਾਣਾ ਪੈਂਦਾ। ਰਵੀ ਸ਼ਾਸਤਰੀ ਤੁਹਾਡੇ ਸਾਹਮਣੇ ਮਿਸਾਲ ਹੈ ਕਿ ਰਵੀ ਸ਼ਾਸਤਰੀ ਨੇ ਅੱਛਾ ਕੰਮ ਕੀਤਾ, ਪਰ ਮਾੜਾ ਜਿਹਾ ਸਮਾਂ ਮਾੜਾ ਆਇਆ, ਟੀਮ ਦੇ ਵਿੱਚ ਥੋੜੇ ਮਤਭੇਦ ਪੈਦਾ ਹੋਏ, ਨਾਲ ਦੇ ਨਾਲ ਛੁੱਟੀ ਹੋ ਗਈ। ਇਹਨਾਂ ਦੇ ਫੈਸਲੇ ਗਲਤ ਕਿਵੇਂ ਸਾਬਤ ਹੋਏ? ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਵਾਂ ਕਿ ਤੁਸੀਂ ਦੇਖਿਆ ਹੋਣਾ ਕਿ ਜਦੋਂ ਸ਼ੂਟ ਆਊਟ ਲੱਗਾ ਜੀ, ਖਾਸ ਤੌਰ ਤੇ ਨਿਊਜ਼ੀਲੈਂਡ ਵਾਲਾ, ਯਾਦ ਕਰੋ, ਤਾਂ ਉਹ ਮਤਲਬ ਕਿ ਤੁਹਾਡੇ ਕੋਲ ਕਿੰਨੇ ਚੋਟੀ ਦੇ ਪਲੇਅਰ ਸੀ। ਮਨਪ੍ਰੀਤ ਸੀ ਤੁਹਾਡੇ ਕੋਲ, ਆਕਾਸ਼ਦੀਪ ਸੀ ਤੁਹਾਡੇ ਕੋਲ, ਲਲਿਤ ਸੀ ਤੁਹਾਡੇ ਕੋਲ, ਮਨਦੀਪ ਸੀ ਤੁਹਾਡੇ ਕੋਲ, ਪਰ ਲਾ ਕੌਣ ਰਹੇ ਨੇ?
ਲਾ ਰਹੇ ਨੇ ਉੱਥੇ ਮੁੰਡੇ ਨਵੇਂ, ਅਭਿਸ਼ੇਕ ਹੈ, ਸ਼ਮਸ਼ੇਰ ਹੈ, ਸੁਖਜੀਤ ਹੈ, ਸਾਰੇ ਮਿਸ ਕਰ ਗਏ ਜੀ ਜੀ। ਤਾਂ ਕਹਿਣ ਦਾ ਮਤਲਬ ਹੈ ਕਿ ਤੁਹਾਡੇ ਨਿਰਣੇ ਫਿਰ ਅਸਰ ਪਾਉਂਦੇ ਆ। ਸੋ ਰੀਡ ਦੀ ਇੱਕ ਵਿਦਾਇਗੀ ਹੋ ਗਈ ਆ, ਬੜੀ ਸੁਨਹਿਰੀ ਮੈਂ ਕਹੂੰਗਾ ਕਿ ਦੇਣ ਹੈ ਇਸ ਬੰਦੇ ਦੀ, ਯਾਦ ਰੱਖਿਆ ਜਾਣਾ ਚਾਹੀਦਾ। ਠੀਕ ਹੈ, ਇੱਕ ਜਾਣਾ ਤਾਂ ਸਭ ਨੇ ਹੁੰਦਾ ਹੈ, ਟੀਮ ਨਾਲ ਕੋਈ ਜੁੜਿਆ ਉਹਨੇ ਛੱਡ ਕੇ ਜਾਣਾ, ਪਰ ਜੋ ਗ੍ਰਾਹਮ ਰੀਡ ਨੇ ਦਿੱਤਾ ਹੈ ਇੰਡੀਆ ਦੀ ਟੀਮ ਨੂੰ ਉਹ ਭੁੱਲਿਆ ਨਹੀਂ ਜਾ ਸਕਦਾ, ਤੇ ਜੋ ਉਹਨੂੰ ਪਿਆਰ ਮਿਲਿਆ ਉਹ ਵੀ ਕਹਿੰਦਾ ਕਿ ਮੈਂ ਕਦੇ ਭੁੱਲ ਨਹੀਂ ਸਕਦਾ। ਤੇ ਮਿੰਟੂ ਜੀ ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਆਪਾਂ ਖੇਡ ਜਗਤ ਤੋਂ ਹੀ ਲੈਨੇ ਆ ਤਾਂ ਧੀਆਂ ਨੇ ਮਾਣ ਵਧਾਇਆ ਜੀ, 19 ਵਰਲਡ ਕੱਪ ਜਿੱਤ ਲਿਆ। ਹਾਂਜੀ, ਅੱਜ ਦੀ ਖਬਰ ਵੱਡੀ ਖਬਰ ਹੈ। ਔਰ ਤੁਸੀਂ ਇਹ ਦੇਖੋ ਕਿ ਜਿਹੜੀ ਕੈਪਟਨ ਆ, ਜਿਹੜੀ ਕਿ ਇੰਡੀਆ ਦੀ ਵੱਡੀ ਟੀਮ 'ਚ ਵੀ ਖੇਡਦੀ ਹੈ, ਸੀਨੀਅਰ ਟੀਮ 'ਚ ਵੀ ਖੇਡਦੀ ਹੈ ਕੁੜੀ, ਉਹੀ ਅੰਡਰ 19 ਦੀ ਕੈਪਟਨ ਆ, ਤਾਂ ਉਹਦੇ ਘਰ ਗਿਆ ਖੁਦ ਚੀਫ ਮਿਨਿਸਟਰ ਹਰਿਆਣਾ ਦੇ ਵਿੱਚ, ਸ਼ੇਫਾਲੀ ਦੇ ਘਰ। ਤਾਂ ਸ਼ੇਫਾਲੀ ਦਾ ਆਪਣਾ ਜੀਵਨ ਦਾ ਇੱਕ ਸੰਘਰਸ਼ ਆ ਕਿ ਛੋਟੇ ਹੁੰਦੇ ਨੂੰ ਮਤਲਬ ਕਿ ਨਾਲ ਨਹੀਂ ਸੀ ਨਾ ਖਿਡਾਉਂਦੇ ਬੱਚੇ, ਤਾਂ ਫਾਦਰ ਨੇ ਬॉयਕਟ ਹੀ ਕਰਵਾਤਾ, ਕਹਿੰਦਾ ਨਵੇੜੋ ਕੰਮ। ਅੱਜ ਵੀ ਬॉयਕਟ 'ਚ ਹੀ ਨਜ਼ਰ ਆਉਂਦੀ ਹੈ। ਸਚਿਨ ਤੰਦੁਲਕਰ ਨੂੰ ਦੇਖ ਕੇ ਉਹ ਪਲੇਅਰ ਬਣੀ ਹੈ, ਤੇ ਉਹਨਾਂ ਨੇ ਵਰਲਡ ਕੱਪ ਜਿੱਤਿਆ ਵਾ। ਸਾਡੇ ਆਪਣੇ ਪੰਜਾਬ ਦੀ ਵੀ ਕੁੜੀ ਸੀਗੀ, ਉਹਨੇ ਵੀ ਸਾਨੂੰ ਮਾਣ ਮੱਤਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੋਣ ਦਾ ਸਬੱਬ ਬਖਸ਼ਿਆ। ਤਾਂ ਗੱਲ ਇਹ ਹੈ ਕਿ ਇੰਡੀਆ ਹੁਣ ਵਾਹਿਦ ਦੇਸ਼ ਹੈ ਜਿਹਦੇ ਕੋਲ T20 ਦਾ ਵੀ ਵਰਲਡ ਕੱਪ, ਵਨਡੇ ਦਾ ਵੀ ਵਰਲਡ ਕੱਪ ਹੋ ਗਿਆ, ਫਿਰ ਅੰਡਰ 19 ਦਾ ਵੀ ਵਰਲਡ ਕੱਪ ਹੋ ਗਿਆ, ਮੈਨਸ ਦਾ ਵੀ ਤੇ ਵੂਮੈਨਸ ਦਾ ਵੀ। ਤਾਂ ਇਹ ਇੰਡੀਆ ਦੀ ਪ੍ਰਾਪਤੀ ਹੈ। ਸੋ ਬਹੁਤ ਖੁਸ਼ੀ ਮਨਾਈ ਜਾ ਰਹੀ ਹੈ, ਕਿਉਂਕਿ ਇਹਨਾਂ ਕੁੜੀਆਂ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਐਸੀਆਂ ਵੀ ਸੀਗੀਆਂ ਜਿਹੜੀਆਂ ਕਿ ਬਹੁਤ ਗਰੀਬ ਘਰਾਂ 'ਚ ਉੱਠ ਕੇ ਆਈਆਂ, ਖਾਸ ਤੌਰ ਤੇ ਅਰਚਨਾ ਦੇਵੀ, ਜਿਹਦੇ ਘਰ ਦੇ ਵਿੱਚ ਟੈਲੀਵਿਜ਼ਨ ਤੇ ਹੈਗਾ ਪਰ ਬਿਜਲੀ ਉੱਥੇ ਬਹੁਤ ਘੱਟ ਆਉਂਦੀ ਆ, ਤੇ ਦੱਸਦੇ ਆ ਕਿ ਉਹ ਮੋਬਾਈਲ ਦੇ ਕੇ ਗਈ ਸੀ ਕਿ ਇੱਥੇ ਦੇਖ ਲਿਓ ਜੀ। ਕਮਾਲ ਦੀ ਗੱਲ ਹੈ ਕਿ ਲਾਈਟ ਇੰਨੀ ਘੱਟ ਹੋ ਗਈ ਕਿ ਮੋਬਾਈਲ ਵੀ ਚਾਰਜ ਨਹੀਂ, ਤਾਂ ਫਿਰ ਬੈਟਰੀਆਂ ਦਾ ਪ੍ਰਬੰਧ ਕੀਤਾ ਗਿਆ ਜਿਹਨੂੰ ਆਪਾਂ ਇਨਵਰਟਰ ਕਹਿੰਦੇ ਆ। ਸੋ ਇਸ ਤਰ੍ਹਾਂ ਦੇ ਘਰਾਂ 'ਚੋਂ ਉੱਠ ਕੇ ਇਹ ਧੀਆਂ ਜਿਹੜੀਆਂ ਨੇ ਉਹ ਸੰਸਾਰ ਜਿੱਤ ਕੇ ਆਈਆਂ, ਔਰ ਹਰਾਇਆ ਵੀ ਕਿਹਨੂੰ? ਇੰਗਲੈਂਡ ਨੂੰ ਫਾਈਨਲ ਜੀ।